ਬੱਚਿਓ ਅੱਜ ਆਪਾਂ 4 ਅੱਖਰਾਂ ਵਾਲੇ ਮੁਕਤਾ ਸ਼ਬਦਾਂ ਨਾਲ ਵਾਕ ਪੜ੍ਹਨੇ ਸਿੱਖਾਂਗੇ। ਬੱਚਿਓ ਤੁਸੀਂ 4 ਅੱਖਰਾਂ ਵਾਲੇ 3 ਅੱਖਰਾਂ ਵਾਲੇ ਤੇ 2 ਅੱਖਰਾਂ ਵਾਲੇ ਮੁਕਤਾ ਸ਼ਬਦ ਸਿੱਖ ਲਏ ਹਨ। ਅੱਜ ਇਹਨਾਂ ਨਾਲ ਬਣੇ ਵਾਕ ਪੜ੍ਹਦੇ ਹਾਂ। ਹਰਮਨ ਕਰਦ ਪਕੜ, ਹਰਮਨ ਕਰਦ ਪਕੜ ਰਿਹਾ ਹੈ। ਸਰਵਣ ਕਲਮ ਕੜ, ਸਰਵਣ ਕਲਮ ਕੜ ਰਿਹਾ ਹੈ। ਸ਼ਲਗਮ ਨਰਮ ਹਨ, ਇਹ ਸ਼ਲਗਮ ਨਰਮ ਹਨ। ਹਰਜਸ ਬਲਦ ਫੜ, ਹਰਜਸ ਬਲਦ ਫੜ ਰਿਹਾ ਹੈ। ਬਰਤਨ ਗਰਮ ਹਨ, ਇਹ ਬਰਤਨ ਗਰਮ ਹਨ। अर्जन तरकश फड़, देखो बच्चों अर्जन ने तरकश फड़ी हुई है। शबनम अदरक रगड़, शबनम अदरक रगड़ रही है। अकबर कसरत कर, अकबर कसरत करके सेहत बना रहा है। आओ हुण इन्हां वाकां नूं लिखण दा अभ्यास करते हाँ। ठीक है बच्चों, तो लिखते हाँ ह र म न, हरमन। क र द करद, प क ड़ पकड़, हरमन करद पकड़। स र ब ण सरबण। क ल म कलम। क ड़ कड़, सरबण कलम कड़। श ल ग म शलगम। न र म नरम। ह न हन, शलगम नरम हन। ब र त न बर्तन। ग र म गरम। ह न हन, बर्तन गरम हन। तो बच्चों अज दा घर दा काम है पन्ना नंबर 75 तो तुसी ए वाले वाक पढ़ने हन ते लिखने हन। प्यारे बच्चों सत श्री अकाल। अज आपां जमात पहली विशा गणित पन्ना नंबर 57 ते दिते सवाल नूं हल करन लई मान कार्डां दी वरतों करदे होए 10 ਤੋਂ 20 तक सिद्धी गिणती ਅਤੇ ਪੁੱਠੀ ਗਿਣਤੀ ਲਿਖਣਾ ਸਿੱਖਾਂਗੇ। ਬੱਚਿਓ ਤੁਹਾਨੂੰ ਸੋਨੂ ਅਤੇ ਮੋਨੂ ਨੂੰ ਮਿਲਾਉਂਦੇ ਹਾਂ। ਸੋਨੂ ਸਿੱਧੀ ਗਿਣਤੀ ਗਿਣ ਰਿਹਾ ਹੈ। ਬੱਚਿਓ ਆਓ ਸੋਨੂ ਦੇ ਨਾਲ ਨਾਲ ਸਿੱਧੀ ਗਿਣਤੀ ਗਿਣੀਏ। ਸੋਨੂ 10 ਨੰਬਰ ਤੇ ਖੜਾ ਹੈ। 10 ਤੋਂ ਅੱਗੇ ਕੀ ਹੈ? 10 1 11, 11 ਤੋਂ ਅੱਗੇ ਕੀ ਹੈ? 10 2 12, 12 ਤੋਂ ਅੱਗੇ ਕੀ ਹੈ? 10 3 13, 13 ਤੋਂ ਅੱਗੇ ਕੀ ਹੈ? 10 4 14, 14 ਤੋਂ ਅੱਗੇ ਕੀ ਹੈ? 10 5 15, 15 ਤੋਂ ਅੱਗੇ ਕੀ ਹੈ? 10 6 16, 16 ਤੋਂ ਅੱਗੇ ਕੀ ਹੈ? 10 7 17, 17 ਤੋਂ ਅੱਗੇ ਕੀ ਹੈ? 10 8 18 ਅਤੇ 18 ਤੋਂ ਅੱਗੇ ਕੀ ਹੈ? 10 9 19, 19 ਤੋਂ ਅੱਗੇ ਕੀ ਹੈ? 20। ਸੋਨੂ ਬੱਚਿਓ ਆਪਣੇ ਟਿਕਾਣੇ ਤੇ ਪਹੁੰਚ ਗਿਆ ਹੈ। ਆਓ ਬੱਚਿਓ ਸਿੱਧੀ ਗਿਣਤੀ ਦੀ ਦੁਹਰਾਈ ਕਰੀਏ। 10 11 12 13 14 15 16 17 18 19 20। ਹੁਣ ਬੱਚਿਓ ਮੋਨੂ ਪੁੱਠੀ ਗਿਣਤੀ ਗਿਣ ਰਿਹਾ ਹੈ। आओ मोनू दे नाल नाल पुट्ठी गिणती गिणीए।
ਮੋਨੂ 20 ਨੰਬਰ ਤੇ ਖੜਾ ਹੈ। 20 ਤੋਂ ਪਹਿਲਾਂ ਕੀ ਹੈ? 10 9 19। 19 ਤੋਂ ਪਹਿਲਾਂ ਕੀ ਹੈ? 10 8 18। 18 ਤੋਂ ਪਹਿਲਾਂ ਕੀ ਹੈ? 10 7 17। 17 ਤੋਂ ਪਹਿਲਾਂ ਕੀ ਹੈ? 10 6 16। ਬੱਚਿਓ 16 ਤੋਂ ਪਹਿਲਾਂ ਕੀ ਹੈ? 10 5 15। 15 ਤੋਂ ਪਹਿਲਾਂ ਕੀ ਹੈ? 10 4 14। 14 ਤੋਂ ਪਹਿਲਾਂ ਕੀ ਹੈ? 10 3 13। 13 ਤੋਂ ਪਹਿਲਾਂ ਕੀ ਹੈ? 10 2 12। 12 ਤੋਂ ਪਹਿਲਾਂ ਕੀ ਹੈ? 10 1 11। ਅਤੇ 11 ਤੋਂ ਪਹਿਲਾਂ ਕੀ ਹੈ? 10। ਹੁਣ ਬੱਚਿਓ ਮੋਨੂ ਵੀ ਆਪਣੇ ਟਿਕਾਣੇ 'ਤੇ ਪਹੁੰਚ ਗਿਆ ਹੈ। ਬੱਚਿਓ ਆਓ ਦੁਬਾਰਾ ਫਿਰ ਪੁੱਠੀ ਗਿਣਤੀ ਗਿਣੀਏ। 20 19 18 17 16 15 14 13 12 11 ਅਤੇ 10। ਅਸੀਂ 10 ਤੋਂ 20 ਤੱਕ ਸਿੱਧੀ ਅਤੇ ਪੁੱਠੀ ਗਿਣਤੀ ਲਿਖਣੀ ਸਿੱਖ ਲਈ ਹੈ। ਬੱਚਿਓ ਸਾਡਾ ਦੂਜਾ ਪ੍ਰਸ਼ਨ ਹੈ 1 ਤੋਂ 20 ਤੱਕ ਕ੍ਰਮ ਅਨੁਸਾਰ ਬਿੰਦੂ ਮਿਲਾਓ ਅਤੇ ਰੰਗ ਭਰੋ। ਬੱਚਿਓ ਤੁਹਾਨੂੰ ਪਤਾ ਹੇਠਾਂ ਕੀ ਦਿੱਤਾ ਹੋਇਆ? ਤੁਹਾਨੂੰ ਕੀ ਲੱਗਦਾ ਇਹ ਕੀ ਬਣ ਜਾਵੇਗਾ? ਨਹੀਂ ਪਤਾ ਲੱਗਿਆ। ਚਲੋ ਕੋਈ ਗੱਲ ਨਹੀਂ। ਦੇਖੋ ਬੱਚਿਓ ਇਸ ਉੱਤੇ ਬਿੰਦੂ ਦਿੱਤੇ ਹੋਏ ਹਨ, ਇਸ ਉੱਤੇ ਗਿਣਤੀ ਵੀ ਦਿੱਤੀ ਹੋਈ ਹੈ। ਆਪਾਂ ਬੱਚਿਓ ਹੁਣ ਇਹਨਾਂ ਬਿੰਦੂਆਂ ਨੂੰ ਪੈਨਸਲ ਨਾਲ ਗਿਣਤੀ ਅਨੁਸਾਰ ਮਿਲਾਉਂਦੇ ਹਾਂ। 1 2 3 4 5 6 7 8 9 10। 10 ਨੂੰ ਆਪਾਂ ਮਿਲਾਵਾਂਗੇ 11 ਨਾਲ। 12 13 14 15 16 17 18 19 20। ਬੱਚਿਓ ਇਹ ਇੱਕ ਸੁੰਦਰ ਤਸਵੀਰ ਬਣ ਗਈ ਹੈ। ਹੁਣ ਬੱਚਿਓ ਆਪਾਂ ਇਸ ਵਿੱਚ ਸੋਹਣੇ ਸੋਹਣੇ ਰੰਗ ਭਰਾਂਗੇ। ਰੰਗ ਭਰਨ ਲਈ ਬੱਚਿਓ ਆਪਾਂ ਪੈਨਸਲ ਕਲਰਸ ਦੀ ਵਰਤੋਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਟੋਪੀ ਵਿੱਚ ਰੰਗ ਭਰਾਂਗੇ। ਟੋਪੀ ਵਿੱਚ ਰੰਗ ਭਰੇ ਜਾ ਚੁੱਕੇ ਹਨ। ਬੱਚਿਓ ਹੁਣ ਆਪਾਂ ਮੱਥੇ ਅਤੇ ਕੰਨਾਂ ਉੱਤੇ ਰੰਗ ਭਰਾਂਗੇ। ਮੱਥੇ ਅਤੇ ਕੰਨਾਂ ਵਿੱਚ ਰੰਗ ਭਰੇ ਜਾ ਚੁੱਕੇ ਹਨ। ਹੁਣ ਆਪਾਂ ਮੱਥੇ ਦੇ ਨੀਚੇ ਵਾਲੇ ਪਾਸੇ ਆਊਟਲਾਈਨ ਲਗਾ ਦਿਆਂਗੇ। ਹੁਣ ਬੱਚਿਓ ਆਪਾਂ ਤਸਵੀਰ ਵਿਚਲੀ ਕਮੀਜ਼ ਵਿੱਚ ਰੰਗ ਭਰਦੇ ਹਾਂ। ਹੌਲੀ ਹੌਲੀ ਪਿਆਰ ਨਾਲ ਰੰਗ ਭਰਨੇ ਹਨ। ਹੁਣ ਬੱਚਿਓ ਆਪਾਂ ਸਾਰੀ ਤਸਵੀਰ ਤੇ ਆਊਟਲਾਈਨ ਲਗਾ ਦਿੰਦੇ ਹਾਂ। ਲਓ ਜੀ ਬੱਚਿਓ ਬਹੁਤ ਹੀ ਸੋਹਣੀ ਜੋਕਰ ਦੀ ਤਸਵੀਰ ਤਿਆਰ ਹੋ ਚੁੱਕੀ ਹੈ। ਇਸ ਤਰ੍ਹਾਂ ਬੱਚਿਓ ਤੁਸੀਂ ਵੀ ਬਿੰਦੂ ਲਗਾ ਕੇ ਹੋਰ ਤਸਵੀਰਾਂ ਬਣਾ ਸਕਦੇ ਹੋ। ਘਰ ਦਾ ਕੰਮ। ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਜਮਾਤ ਪਹਿਲੀ ਦੇ ਗਣਿਤ ਦੇ ਪੰਨਾ ਨੰਬਰ 57 ਤੇ ਪਹਿਲਾ ਸਵਾਲ 10 ਤੋਂ 20 ਤੱਕ ਸਿੱਧੀ ਗਿਣਤੀ ਅਤੇ ਪੁੱਠੀ ਗਿਣਤੀ ਲਿਖੋ ਅਤੇ ਦੂਜਾ ਸਵਾਲ 1 ਤੋਂ 20 ਤੱਕ ਕ੍ਰਮ ਅਨੁਸਾਰ ਬਿੰਦੂ ਮਿਲਾਓ ਅਤੇ ਰੰਗ ਭਰੋ ਕਰਨੇ ਹਨ। Come little children, come to me. I will teach you ABC. A, B, C, D, E, F, G, H, I, J, K, L, M, N, O, P. L, M, N, O, P, Q, R, S, T, U, V, W, X, Y, Z. So, let's learn to read all of them. A, B, B, C, C, D, D, E, E,
F, F. G, G. H, H. I, J, J. K, K. L, L. M, M. N, N. O, O. P, P. Q, Q. R, R. S, S. T, T. U, U. V, V. W, W. X, X. Y, Y. Z, Z. Come, little children, come to me. I will teach you ABC. A, B, C, D, E, F, G, H, I, J, K, L, M, N, O, P. L, M, N, O, P, Q, R, S, T, U, V, W, X, Y, Z. Good job. It's time for homework. Children, practice reading all the letters from your textbook and keep learning. Bye-bye. Thank you. ਸਤਿ ਸ੍ਰੀ ਅਕਾਲ ਪਿਆਰੇ ਬੱਚਿਓ, ਸਵਾਗਤ ਜ਼ਿੰਦਗੀ ਵਿਸ਼ੇ ਤਹਿਤ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਮਾਤ ਪਹਿਲੀ ਪਾਠ ਨੰਬਰ 4 ਮੇਰਾ ਘਰ ਅਤੇ ਮੇਰਾ ਸਕੂਲ। ਪਿਆਰੇ ਬੱਚਿਓ, ਕੀ ਤੁਸੀਂ ਜਾਣਦੇ ਹੋ ਘਰ ਕੀ ਹੁੰਦਾ ਹੈ? ਬਿਲਕੁਲ ਸਹੀ ਦੱਸਿਆ। ਘਰ ਉਹ ਇਮਾਰਤ ਜਾਂ ਸਥਾਨ ਹੈ ਜਿੱਥੇ ਅਸੀਂ ਨਿਵਾਸ ਕਰਦੇ ਹਾਂ। ਸੋ ਪਿਆਰੇ ਬੱਚਿਓ, ਆਓ ਮੇਰਾ ਘਰ ਹੈ ਬੜਾ ਪਿਆਰਾ ਬਾਰੇ ਕੁਝ ਕਾਵਿ ਸਤਰਾਂ ਉਚਾਰਦੇ ਹਾਂ ਅਤੇ ਇਸ ਬਾਰੇ ਗੱਲਬਾਤ ਕਰਦੇ ਹਾਂ। ਮੇਰਾ ਘਰ ਹੈ ਬੜਾ ਪਿਆਰਾ, ਰਹਿ ਕੇ ਇੱਥੇ ਆਏ ਨਜ਼ਾਰਾ। ਤਾਂ ਕੀ ਕਹਿ ਰਹੇ ਹਨ ਬੱਚੇ ਕਿ ਸਾਨੂੰ ਆਪਣਾ ਘਰ ਬਹੁਤ ਪਿਆਰਾ ਲੱਗਦਾ ਹੈ ਅਤੇ ਇਸ ਘਰ ਵਿੱਚ ਉਹ ਖੇਡਦੇ ਹੋਏ ਬਹੁਤ ਆਨੰਦ ਕਰਦੇ ਹਨ, ਬਹੁਤ ਖੁਸ਼ੀ ਮਾਣਦੇ ਹਨ। ਪਿਆਰੇ ਬੱਚਿਓ, ਕੀ ਤੁਹਾਨੂੰ ਵੀ ਆਪਣਾ ਘਰ ਪਿਆਰਾ ਲੱਗਦਾ ਹੈ? ਬਿਲਕੁਲ, ਸਭ ਨੂੰ ਆਪਣਾ ਘਰ ਬਹੁਤ ਪਿਆਰਾ ਲੱਗਦਾ ਹੈ। ਉਹ ਘਰ ਜਿੱਥੇ ਅਸੀਂ ਆਰਾਮ ਕਰਦੇ ਹਾਂ, ਖਾਣਾ ਖਾਂਦੇ ਹਾਂ, ਨਿਵਾਸ ਕਰਦੇ ਹਾਂ, ਸੌਂਦੇ ਹਾਂ ਤੇ ਆਨੰਦ ਮਾਣਦੇ ਹਾਂ। ਇਹ ਸਾਡਾ ਪਿਆਰਾ ਘਰ ਸਾਨੂੰ ਗਰਮੀ, ਸਰਦੀ, ਮੀਂਹ ਹਨੇਰੀ ਤੋਂ ਵੀ ਬਚਾਉਂਦਾ ਹੈ। ਅਗਲੀਆਂ ਸਤਰਾਂ ਵਿੱਚ ਬੱਚੇ ਕੀ ਕਹਿ ਰਹੇ ਹਨ? ਇੱਥੇ ਮੰਮੀ ਪਾਪਾ ਰਹਿੰਦੇ, ਖੇਡੋ ਖੇਡੋ ਸਾਨੂੰ ਕਹਿੰਦੇ। ਤਾਂ ਪਿਆਰੇ ਬੱਚਿਓ, ਘਰ ਦੇ ਵਿੱਚ ਤੁਹਾਡੇ ਨਾਲ ਕੌਣ ਰਹਿੰਦੇ ਹਨ? ਮੰਮੀ ਪਾਪਾ। ਅਤੇ ਘਰ ਦੇ ਵਿੱਚੋਂ ਤੁਹਾਨੂੰ ਖੇਡਣ ਲਈ ਕਹਿੰਦੇ ਹਨ ਅਤੇ ਬੱਚੇ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੋਏ ਖੁਸ਼ੀ ਮਾਣਦੇ ਹਨ। ਕੁਝ ਖੇਡਾਂ ਬੱਚੇ ਘਰ ਦੇ ਅੰਦਰ ਖੇਡਦੇ ਹਨ ਅਤੇ ਕੁਝ ਖੇਡਾਂ ਬਾਹਰ ਵਿਹੜੇ ਵਿੱਚ ਖੇਡਦੇ ਹਨ। ਅਗਲੀਆਂ ਸਤਰਾਂ ਹਨ ਇੱਥੇ ਖਾਈਏ, ਇੱਥੇ ਸੋਈਏ, ਇੱਥੇ ਰਹਿ ਕੇ ਵੱਡੇ ਹੋਈਏ। ਤਾਂ ਬੱਚੇ ਕੀ ਕਹਿ ਰਹੇ ਹਨ ਕਿ ਇਹ ਸਾਡਾ ਘਰ ਹੀ ਹੈ ਜਿੱਥੇ ਅਸੀਂ ਖਾਣਾ ਖਾਂਦੇ ਹਾਂ, ਜਿਸ ਵਿੱਚ ਅਸੀਂ ਸੌਂਦੇ ਹਾਂ ਅਤੇ ਇੱਥੇ ਰਹਿ ਕੇ ਹੀ ਉਹ ਵੱਡੇ ਹੁੰਦੇ ਹਨ। ਤਾਂ ਸਭ ਨੂੰ ਆਪਣਾ ਘਰ ਬਹੁਤ ਜ਼ਿਆਦਾ ਪਿਆਰਾ ਲੱਗਦਾ ਹੈ। ਆਓ ਇਹਨਾਂ ਸਤਰਾਂ ਨੂੰ ਇੱਕ ਵਾਰ ਫੇਰ ਦੁਹਰਾਉਂਦੇ ਹਾਂ। ਮੇਰਾ ਘਰ ਹੈ ਬੜਾ ਪਿਆਰਾ, ਮੇਰਾ ਘਰ ਹੈ ਬੜਾ ਪਿਆਰਾ, ਰਹਿ ਕੇ ਇੱਥੇ ਆਏ ਨਜ਼ਾਰਾ। ਇੱਥੇ ਮੰਮੀ ਪਾਪਾ ਰਹਿੰਦੇ, ਖੇਡੋ ਖੇਡੋ ਸਾਨੂੰ ਕਹਿੰਦੇ। ਇੱਥੇ ਖਾਈਏ, ਇੱਥੇ ਸੋਈਏ, ਇੱਥੇ ਰਹਿ ਕੇ ਵੱਡੇ ਹੋਈਏ। ਤਾਂ ਪਿਆਰੇ ਬੱਚਿਓ, ਅੱਜ ਦੇ ਉਪ ਵਿਸ਼ੇ ਵਿੱਚ ਅਸੀਂ ਆਪਣੇ ਘਰ ਬਾਰੇ ਪੜ੍ਹਿਆ ਹੈ। ਇਸੇ ਤਰ੍ਹਾਂ ਤੁਸੀਂ ਵੀ ਆਪਣੇ ਘਰ ਅੰਦਰ ਦੇਖਣਾ ਹੈ ਕਿ ਤੁਸੀਂ ਕੀ ਕੀ ਕੰਮ ਕਰਦੇ ਹੋ, ਕਿਹੜੀਆਂ-ਕਿਹੜੀਆਂ ਖੇਡਾਂ ਖੇਡਦੇ ਹੋ ਤੇ ਕਿਸ ਤਰ੍ਹਾਂ ਆਪਣੇ ਘਰ ਨੂੰ ਪਿਆਰ ਕਰਦੇ ਹੋ। ਸੋ ਪਿਆਰੇ ਬੱਚਿਓ, ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਘਰ ਹੈ ਬੜਾ ਪਿਆਰਾ ਤਹਿਤ
ਘਰ ਬਾਰੇ ਵੱਖ-ਵੱਖ ਜਾਣਕਾਰੀ ਚੰਗੀ ਤਰ੍ਹਾਂ ਸਮਝ ਲਈ ਹੋਵੇਗੀ। ਹੁਣ ਵਾਰੀ ਹੈ ਤੁਹਾਡੇ ਘਰ ਦੇ ਕੰਮ ਦੀ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਤੁਹਾਡਾ ਸਭ ਦਾ ਦੂਜੀ ਜਮਾਤ ਦੇ ਪੰਜਾਬੀ ਵਿਸ਼ੇ ਦੀ ਕਲਾਸ ਵਿੱਚ ਸਵਾਗਤ ਹੈ। ਪਿਆਰੇ ਬੱਚਿਓ, ਤੁਸੀਂ ਸੁਣਿਆ ਹੋਵੇਗਾ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਦਿਮਾਗ ਦਾ ਵਾਸ ਹੁੰਦਾ ਹੈ। ਤੰਦਰੁਸਤ ਸਰੀਰ ਲਈ ਜਿੱਥੇ ਦਾਲਾਂ, ਸਬਜ਼ੀਆਂ ਅਤੇ ਦੁੱਧ ਅਹਿਮ ਭੂਮਿਕਾ ਨਿਭਾਉਂਦੇ ਹਨ, ਉੱਥੇ ਹੀ ਫਲਾਂ ਦਾ ਵੀ ਇੱਕ ਖਾਸ ਸਥਾਨ ਹੈ। ਫਲਾਂ ਤੋਂ ਵੀ ਆਪਾਂ ਨੂੰ ਬਹੁਤ ਪ੍ਰਕਾਰ ਦੇ ਵਿਟਾਮਿਨ ਮਿਲਦੇ ਹਨ। ਆਓ ਅੱਜ ਆਪਾਂ ਫਲਾਂ ਬਾਰੇ ਪੜ੍ਹੀਏ ਅਤੇ ਉਹਨਾਂ ਦੇ ਨਾਂ ਯਾਦ ਕਰੀਏ। ਪਿਆਰੇ ਬੱਚਿਓ, ਸਭ ਤੋਂ ਪਹਿਲੀ ਤਸਵੀਰ ਦੇਖੋ। ਕਿਹੜਾ ਫਲ ਹੈ ਇਹ? ਸਭ ਬੱਚਿਆਂ ਨੂੰ ਪਤਾ ਹੋਵੇਗਾ ਇਹ ਤਾਂ। ਹਾਂਜੀ ਬੇਟਾ, ਕੇਲਾ। ਕੇਲੇ 'ਤੇ ਕਵਿਤਾਵਾਂ ਵੀ ਬਹੁਤ ਬਣੀਆਂ ਹੋਈਆਂ ਨੇ, ਤੁਸੀਂ ਛੋਟੀਆਂ ਕਲਾਸਾਂ ਵਿੱਚ ਸੁਣੀਆਂ ਹੋਣਗੀਆਂ। ਚਿਤਰੀ ਕੇਲਾ ਬੜਾ ਸੁਆਦੀ, ਖਾਣ ਨੂੰ ਦਿੰਦੀ ਮੇਰੀ ਦਾਦੀ, ਹੈ ਨਾ ਬੇਟਾ? ਹਾਂਜੀ, ਅਗਲੀ ਤਸਵੀਰ ਵੇਖੀਏ। ਹੁਣ ਵੇਖੋ ਕਿਹੜਾ ਫਲ ਹੈ ਇਹ? ਪਪੀਤਾ। ਠੀਕ ਬੇਟਾ, ਪਪੀਤਾ। ਹਾਂਜੀ, ਅਗਲੀ ਤਸਵੀਰ ਵੇਖੋ। ਹਾਂਜੀ, ਗਰਮੀਆਂ ਦਾ ਫਲ ਹੈ ਇਹ, ਬਹੁਤ ਸਵਾਦ ਲੱਗਦਾ ਹੋਏਗਾ ਸਭ ਨੂੰ। ਤਰਬੂਜ। ਕੀ ਹੈ ਇਸ ਦਾ ਨਾਮ? ਤਰਬੂਜ। ਹਾਂਜੀ ਬੇਟਾ, ਅੱਗੇ ਵੇਖੋ। ਅੰਬ। ਕਿਹੜਾ ਫਲ ਹੈ ਇਹ? ਅੰਬ। ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਸਵਾਦ ਲੱਗਦਾ ਹੈ ਨਾ ਸਭ ਨੂੰ? ਹਾਂਜੀ, ਅਗਲਾ ਫਲ ਵੇਖੋ ਬੇਟਾ। ਹਾਂਜੀ, ਜਾਮਨ। ਕੀ ਨਾਮ ਹੈ ਇਸ ਦਾ? ਜਾਮਨ। ਹਾਂਜੀ, ਅੱਗੇ ਵੇਖੋ ਬੇਟਾ। ਇਸ ਨੂੰ ਕਹਿੰਦੇ ਆ ਲੀਚੀ। ਬੋਲੋ ਬੇਟਾ, ਲੀਚੀ। ਹਾਂਜੀ, ਅਗਲਾ ਫਲ ਵੇਖੋ। ਸੰਤਰਾ। ਕੀ ਨਾਮ ਹੈ ਇਸ ਦਾ? ਸੰਤਰਾ। ਹਾਂਜੀ, ਅਗਲਾ ਫਲ ਵੇਖੋ। ਇਸ ਦੇ ਦਰਖਤ ਆਮ ਹੀ ਘਰਾਂ ਵਿੱਚ ਲੱਗੇ ਹੁੰਦੇ ਆ ਬੇਟਾ। ਹਾਂਜੀ, ਪਹਿਚਾਨ ਲਿਆ? ਅਮਰੂਦ। ਕਿਹੜਾ ਫਲ ਹੈ ਇਹ? ਅਮਰੂਦ। ਹਾਂਜੀ ਬੇਟਾ, ਅਗਲਾ ਫਲ ਵੇਖੋ। ਕੀ ਹੈ ਇਹ? ਅਨਾਰ। ਕਿਹੜਾ ਫਲ ਹੈ ਇਹ? ਅਨਾਰ। ਹਾਂਜੀ, ਅੱਗੇ ਵੇਖੋ। ਅੰਗੂਰ। ਕੀ ਕਹਿੰਦੇ ਇਹਨਾਂ ਨੂੰ? ਅੰਗੂਰ। ਹਾਂਜੀ, ਅਗਲਾ ਫਲ ਨਾਸ਼ਪਤੀ। ਕਿਹੜਾ ਫਲ ਹੈ ਇਹ? ਨਾਸ਼ਪਤੀ। ਹਾਂਜੀ, ਅੱਗੇ ਵੇਖੋ। ਸੇਬ। ਠੀਕ ਹੈ ਬੇਟਾ, ਸੇਬ। ਅਗਲਾ ਫਲ ਅਨਾਨਾਸ। ਕਿਹੜਾ ਫਲ ਹੈ ਇਹ? ਅਨਾਨਾਸ। ਪਿਆਰੇ ਬੱਚਿਓ, ਅੱਜ ਦੀ ਵੀਡੀਓ ਤੋਂ ਤੁਹਾਨੂੰ ਫਲਾਂ ਬਾਰੇ ਪਤਾ ਲੱਗਿਆ ਹੋਵੇਗਾ ਅਤੇ ਉਹਨਾਂ ਦੀ ਪਹਿਚਾਣ ਹੋ ਗਈ ਹੋਵੇਗੀ। ਹੁਣ ਤੁਸੀਂ ਆਪਣੀ ਪੰਜਾਬੀ ਦੀ ਪਾਠ ਪੁਸਤਕ ਦੇ ਪੰਨਾ ਨੰਬਰ 34 ਉੱਪਰ ਦਿੱਤੇ ਗਏ ਫਲਾਂ ਦੇ ਨਾਂ ਯਾਦ ਕਰਨੇ ਹਨ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਅੱਜ ਆਪਾਂ ਜਮਾਤ ਦੂਸਰੀ ਵਿਸ਼ਾ ਗਣਿਤ ਪੰਨਾ ਨੰਬਰ 61 ਉੱਪਰ 2 ਅੰਕਾਂ ਦੀ ਸੰਖਿਆ ਦਾ 2 ਅੰਕਾਂ ਦੀ ਸੰਖਿਆ ਨਾਲ ਵੱਖ-ਵੱਖ ਤਰੀਕੇ ਜੋੜ ਕਰਨਾ ਸਿੱਖਾਂਗੇ। ਹਰਮਨ ਕੋਲ 36 ਰੁਪਏ ਹਨ, 10 ਰੁਪਏ ਦੇ 3 ਨੋਟ ਅਤੇ 1 ਰੁਪਏ ਦੇ 6 ਨੋਟ। ਹਰਮਨ ਦੇ ਪਿਤਾ ਜੀ ਨੇ ਉਸ ਨੂੰ 22 ਰੁਪਏ ਹੋਰ ਦਿੱਤੇ। 10 ਰੁਪਏ ਦੇ 2 ਨੋਟ ਅਤੇ 1 ਰੁਪਏ ਦੇ 2 ਨੋਟ। 20 2 22। ਬੱਚਿਓ, ਆਓ ਪਤਾ ਕਰੀਏ ਹਰਮਨ ਕੋਲ ਸਾਰੇ ਕਿੰਨੇ ਰੁਪਏ ਹਨ। ਆਓ ਪਹਿਲੇ ਤਰੀਕੇ ਵਿੱਚ ਦੇਖੀਏ ਅਸੀਂ 22 ਰੁਪਏ ਨੂੰ ਕਿਸ ਤਰ੍ਹਾਂ ਰੱਖਦੇ ਹਾਂ। 10 10 2। 36 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? 46 ਰੁਪਏ। 46 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? ਸ਼ਾਬਾਸ਼, 56 ਰੁਪਏ।
56 ਰੁਪਏ ਵਿੱਚ 2 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? 58 ਰੁਪਏ। ਇਸ ਤਰ੍ਹਾਂ ਹਰਮਨ ਕੋਲ ਸਾਰੇ 58 ਰੁਪਏ ਹਨ। ਆਓ ਹੁਣ ਦੂਸਰੇ ਤਰੀਕੇ ਦੇਖੀਏ। 22 ਰੁਪਏ ਨੂੰ ਕਿਸ ਤਰ੍ਹਾਂ ਰੱਖਦੇ ਹਾਂ? 20 2 36 ਰੁਪਏ ਵਿੱਚ 20 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? 56 ਰੁਪਏ। 56 ਰੁਪਏ ਵਿੱਚ 2 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? ਸ਼ਾਬਾਸ਼, 58 ਰੁਪਏ। ਇਸ ਤਰ੍ਹਾਂ ਹਰਮਨ ਕੋਲ ਸਾਰੇ 58 ਰੁਪਏ ਹਨ। ਬੱਚਿਓ, ਆਓ ਅੱਗੇ ਦੇਖੀਏ। 36 ਰੁਪਏ ਅਤੇ 22 ਰੁਪਏ ਨੂੰ ਅਸੀਂ ਹੋਰ ਕਿਸ ਤਰ੍ਹਾਂ ਰੱਖ ਸਕਦੇ ਹਾਂ? 30 6 36 20 2 22। ਆਓ ਹੁਣ ਆਪਾਂ 10 ਰੁਪਏ ਦੇ ਕਰੰਸੀ ਨੋਟਾਂ ਨੂੰ ਇੱਕ ਪਾਸੇ ਇਕੱਠੇ ਕਰ ਦਈਏ ਅਤੇ 1 ਰੁਪਏ ਦੇ ਕਰੰਸੀ ਨੋਟਾਂ ਨੂੰ ਦੂਸਰੇ ਪਾਸੇ ਇਕੱਠੇ ਕਰ ਦਈਏ। 30 ਰੁਪਏ ਵਿੱਚ 20 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? ਸ਼ਾਬਾਸ਼, 50 ਰੁਪਏ। 6 ਰੁਪਏ ਵਿੱਚ 2 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? 8 ਰੁਪਏ। 50 ਰੁਪਏ ਵਿੱਚ 8 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? ਸ਼ਾਬਾਸ਼, 58 ਰੁਪਏ। ਇਸ ਤਰ੍ਹਾਂ ਹਰਮਨ ਕੋਲ ਸਾਰੇ 58 ਰੁਪਏ ਹਨ। ਬੱਚਿਓ, ਅੱਜ ਤੁਸੀਂ 2 ਅੰਕਾਂ ਦੀ ਸੰਖਿਆ ਨੂੰ 2 ਅੰਕਾਂ ਦੀ ਸੰਖਿਆ ਵਿੱਚ ਜੋੜਨਾ ਸਿੱਖਿਆ ਹੈ। ਪਹਿਲੇ ਤਰੀਕੇ ਵਿੱਚ ਇੱਕ ਸੰਖਿਆ ਨੂੰ 10 10 2 ਵਿੱਚ ਤੋੜ ਕੇ, ਦੂਸਰੇ ਤਰੀਕੇ ਵਿੱਚ ਇੱਕ ਸੰਖਿਆ ਨੂੰ 20 ਅਤੇ 2 ਵਿੱਚ ਤੋੜ ਕੇ, ਅਤੇ ਤੀਸਰੇ ਤਰੀਕੇ ਵਿੱਚ ਦੋਵਾਂ ਸੰਖਿਆਵਾਂ ਨੂੰ ਤੋੜ ਕੇ। ਬੱਚਿਓ, ਆਓ ਹੁਣ ਪੰਨਾ ਨੰਬਰ 62 ਉੱਪਰ ਦਿੱਤੇ ਇੱਕ ਸੰਖਿਆ ਤੋੜ ਕੇ ਜੋੜ ਕਰੋ ਦੇ ਸਵਾਲ ਹੱਲ ਕਰੀਏ। ਸਵਾਲ ਹੈ 40 ਜੋੜ 20। ਬੱਚਿਓ, ਆਓ ਕਰੰਸੀ ਨੋਟਾਂ ਦੀ ਵਰਤੋਂ ਕਰਕੇ ਇਸ ਸਵਾਲ ਨੂੰ ਹੱਲ ਕਰਦੇ ਹਾਂ। 10 20 30 40। 40 ਲਈ 10 ਰੁਪਏ ਦੇ 4 ਨੋਟ ਅਤੇ 10 20 20 ਲਈ 10 ਰੁਪਏ ਦੇ 2 ਨੋਟ ਲੈਂਦੇ ਹਾਂ। ਬੱਚਿਓ, ਅਸੀਂ 20 ਰੁਪਏ ਨੂੰ ਹੋਰ ਕਿਸ ਤਰ੍ਹਾਂ ਰੱਖ ਸਕਦੇ ਹਾਂ? 10 10। 40 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? ਹਾਂਜੀ, 50 ਰੁਪਏ। 50 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? 60 ਰੁਪਏ। ਇਸ ਤਰ੍ਹਾਂ 40 ਅਤੇ 20 ਦਾ ਜੋੜ 60 ਹੈ। ਆਓ ਇੱਕ ਹੋਰ ਸਵਾਲ ਹੱਲ ਕਰੀਏ। 78 ਜੋੜ 21। ਬੱਚਿਓ, 78 ਲਈ 10 ਰੁਪਏ ਦੇ 7 ਨੋਟ ਅਤੇ 1 ਰੁਪਏ ਦੇ 8 ਨੋਟ ਲਵਾਂਗੇ। 21 ਲਈ 10 ਰੁਪਏ ਦੇ 2 ਨੋਟ ਅਤੇ 1 ਰੁਪਏ ਦਾ 1 ਨੋਟ ਲਵਾਂਗੇ। ਬੱਚਿਓ, 21 ਰੁਪਏ ਨੂੰ ਹੋਰ ਕਿਸ ਤਰ੍ਹਾਂ ਰੱਖ ਸਕਦੇ ਹਾਂ? 10 10 1। 78 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? ਹਾਂਜੀ, 88 ਰੁਪਏ। 88 ਰੁਪਏ ਵਿੱਚ 10 ਰੁਪਏ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? ਸ਼ਾਬਾਸ਼, 98 ਰੁਪਏ। 98 ਰੁਪਏ ਵਿੱਚ 1 ਰੁਪਈਆ ਹੋਰ ਮਿਲ ਕੇ ਕਿੰਨੇ ਰੁਪਏ ਹੋ ਗਏ? 99 ਰੁਪਏ। ਬੱਚਿਓ, 78 ਅਤੇ 21 ਦਾ ਜੋੜ 99 ਹੈ। ਪਿਆਰੇ ਬੱਚਿਓ, ਘਰ ਦੇ ਕੰਮ ਵਿੱਚ ਤੁਸੀਂ ਪੰਨਾ ਨੰਬਰ 62 ਤੇ ਸਵਾਲ ਨੰਬਰ 1 2 3 ਅਤੇ 4 ਨੂੰ ਹੱਲ ਕਰਨਾ ਹੈ। ਧੰਨਵਾਦ। Hello kids, as we all know we are doing vowel sound I. Today we will make some words with sound egg. Let's start. B, egg, big, big. D, egg, dig, dig. F, egg,
fig, fig. P, egg, pig, pig. B, egg, wig, wig. M, egg, mig, mig. Let's read again, kids. B, egg, big, big. D, egg, dig, dig. F, egg, fig, fig. P, egg, pig, pig. W, egg, wig, wig. M, egg, mig, mig. Let's read once again. Big, dig, fig, pig, wig, mig. It's time for homework. Kids, write down these words in your notebook. Keep learning. Thank you. ਗ੍ਰੇਡ 3 ਚੈਪਟਰ ਸਾਈਕਲ ਦੇ ਝੂਟੇ। ਚੂਹਾ, ਖਰਗੋਸ਼ ਤੇ ਕੁੱਤਾ ਤਿੰਨ ਦੋਸਤ ਸਨ। ਇੱਕ ਵਾਰੀ ਉਹ ਇਕੱਠੇ ਘੁੰਮ ਰਹੇ ਸਨ। ਅਚਾਨਕ ਉਹਨਾਂ ਦੀ ਨਜ਼ਰ ਸੜਕ ਕੰਢੇ ਖੜੇ ਇੱਕ ਸਾਈਕਲ ਉੱਤੇ ਪਈ। ਉਹਨਾਂ ਸੋਚਿਆ, ਕਿਉਂ ਨਾ ਅੱਜ ਅਸੀਂ ਮਿਲ ਕੇ ਝੂਟੇ ਲਈਏ। ਖਰਗੋਸ਼ ਸਾਈਕਲ ਦੀ ਸੀਟ ਉੱਤੇ ਹੈਂਡਲ ਫੜ ਕੇ ਬੈਠ ਗਿਆ। ਉਹ ਪੈਡਲ ਮਾਰਨ ਲੱਗਾ। ਚੂਹਾ ਹੈਂਡਲ ਉੱਤੇ ਅਤੇ ਕੁੱਤਾ ਪਿਛਲੀ ਸੀਟ ਉੱਤੇ ਬੈਠ ਗਿਆ। ਸਾਈਕਲ ਸੜਕ ਉੱਤੇ ਚੱਲ ਪਿਆ। ਤਿੰਨੇ ਖੁਸ਼ੀ ਵਿੱਚ ਗਾਣੇ ਗਾਉਣ ਤੇ ਨੱਚਣ ਟੱਪਣ ਲੱਗੇ। ਅਜੇ ਕੁਝ ਹੀ ਦੂਰ ਗਏ ਸਨ ਕਿ ਸਾਈਕਲ ਇੱਕ ਪੱਥਰ ਨਾਲ ਟਕਰਾ ਕੇ ਉਲਟ ਗਿਆ। ਤਿੰਨੇ ਉਛਲ ਕੇ ਦੂਰ ਜਾ ਡਿੱਗੇ ਤੇ ਲੱਗੇ ਚੀਕਾਂ ਮਾਰਨ। ਫਿਰ ਤਿੰਨਾਂ ਨੇ ਉੱਠ ਕੇ ਮਿੱਟੀ ਝਾੜੀ ਤੇ ਬੈਠ ਕੇ ਸੋਚਣ ਲੱਗੇ, ਹੁਣ ਕੀ ਕਰੀਏ। ਖਰਗੋਸ਼ ਕਹਿਣ ਲੱਗਾ, ਮੈਂ ਬਹੁਤ ਬਲਵਾਨ ਹਾਂ, ਮੈਂ ਜ਼ੋਰ ਲਾ ਕੇ ਸਾਈਕਲ ਸਿੱਧਾ ਕਰਦਾ ਹਾਂ। ਉਹ ਸਾਈਕਲ ਨੂੰ ਸਿੱਧਾ ਕਰਨ ਲੱਗਾ, ਪਰ ਸਾਈਕਲ ਸਰਕਿਆ ਤੱਕ ਨਾ। ਚੂਹਾ ਕਹਿਣ ਲੱਗਾ, ਤੂੰ ਪਾਸੇ ਹੋ, ਮੈਂ ਸਿੱਧਾ ਕਰਦਾ ਹਾਂ। ਚੂਹਾ ਵੀ ਜ਼ੋਰ ਲਾਉਣ ਲੱਗਾ, ਪਰ ਸਾਈਕਲ ਆਪਣੀ ਥਾਂ ਤੋਂ ਹਿੱਲ ਨਹੀਂ ਸੀ ਰਿਹਾ। ਦੂਰ ਬੈਠੇ ਕੁੱਤੇ ਨੇ ਕਿਹਾ, ਇਹ ਕੱਲੇ ਕੱਲੇ ਤੋਂ ਸਿੱਧਾ ਨਹੀਂ ਹੋਣਾ, ਤਿੰਨੇ ਰਲ ਕੇ ਜ਼ੋਰ ਲਾਉਂਦੇ ਹਾਂ। ਤਿੰਨਾਂ ਨੇ ਰਲ ਕੇ ਜ਼ੋਰ ਲਾਇਆ ਅਤੇ ਸਾਈਕਲ ਸਿੱਧਾ ਹੋ ਗਿਆ। ਹੁਣ ਵਾਰੀ ਸੀ ਸੜਕ ਵਿੱਚੋਂ ਪੱਥਰ ਪਾਸੇ ਹਟਾਉਣ ਦੀ। ਐਤਕੀ ਫਿਰ ਸਭ ਤੋਂ ਪਹਿਲਾਂ ਖਰਗੋਸ਼ ਮੈਦਾਨ ਵਿੱਚ ਨਿੱਤਰਿਆ। ਉਹ ਕਹਿਣ ਲੱਗਾ, ਪੱਥਰ ਤਾਂ ਮੈਂ ਕੱਲਾ ਹੀ ਸੜਕ ਤੋਂ ਪਾਸੇ ਕਰ ਦਿਆਂਗਾ, ਤੁਹਾਡੀ ਕਿਸੇ ਦੀ ਲੋੜ ਨਹੀਂ। ਇਹ ਕਹਿ ਕੇ ਉਹ ਲੱਗਾ ਪੱਥਰ ਨੂੰ ਧੱਕਾ ਲਾਉਣ। ਪੱਥਰ ਸੀ ਕਿ ਅੱਗੇ ਸਰਕੇ ਹੀ ਨਾ। ਖਰਗੋਸ਼ ਥੱਕ ਕੇ ਬੈਠ ਗਿਆ। ਹੁਣ ਚੂਹੇ ਨੇ ਸ਼ੇਖੀ ਮਾਰੀ, ਵੱਡਾ ਪਹਿਲਵਾਨ, ਮੈਂ ਤੈਨੂੰ ਪੱਥਰ ਪਾਸੇ ਹਟਾ ਕੇ ਦੱਸਦਾ ਹਾਂ। ਹਈ ਸ਼ਾ। ਕਹਿ ਕੇ ਚੂਹਾ ਪੱਥਰ ਨੂੰ ਧੱਕਣ ਲੱਗਾ। ਪੱਥਰ ਆਪਣੀ ਥਾਂ ਤੋਂ ਭੋਰਾ ਵੀ ਨਾ ਸਰਕਿਆ। ਕੁੱਤਾ ਦੋਹਾਂ ਦੀਆਂ ਹਰਕਤਾਂ ਨੂੰ ਧਿਆਨ ਨਾਲ ਵੇਖ ਰਿਹਾ ਸੀ। ਉਹ ਆਪਣੀ ਥਾਂ ਤੋਂ ਉੱਠਿਆ ਅਤੇ ਬੋਲਿਆ, ਗੱਲ ਸੁਣੋ, ਇਹ ਕੱਲੇ ਕੱਲੇ ਤੋਂ ਨਹੀਂ ਹਟਣਾ। ਆਓ ਪਹਿਲਾਂ ਵਾਂਗ ਤਿੰਨੇ ਰਲ ਕੇ ਜ਼ੋਰ ਲਾਈਏ ਤੇ ਪੱਥਰ ਨੂੰ ਪਾਸੇ ਹਟਾਈਏ। ਤਿੰਨਾਂ ਨੇ ਰਲ ਕੇ ਜ਼ੋਰ ਲਾਇਆ। ਉਹਨਾਂ ਨੇ ਪੱਥਰ ਨੂੰ ਪਾਸੇ ਹਟਾ ਦਿੱਤਾ। ਹੁਣ ਤਿੰਨੇ ਬਹੁਤ ਖੁਸ਼ ਸਨ।
ਖਰਗੋਸ਼ ਫੇਰ ਗੱਦੀ ਉੱਤੇ ਬੈਠ ਕੇ ਸਾਈਕਲ ਚਲਾਉਣ ਲੱਗਾ। ਚੂਹਾ ਹੈਂਡਲ ਉੱਤੇ ਅਤੇ ਕੁੱਤਾ ਟਪੂਸੀ ਮਾਰ ਕੇ ਪਿਛਲੀ ਸੀਟ ਉੱਤੇ ਬੈਠ ਗਿਆ। ਹੁਣ ਫੇਰ ਤੋਂ ਉਹ ਤਿੰਨੇ ਉੱਚੀ ਉੱਚੀ ਗਾ ਰਹੇ ਸਨ ਤੇ ਨੱਚ ਟੱਪ ਰਹੇ ਸਨ। ਕਿੰਨੇ ਮਜ਼ੇਦਾਰ ਸਨ ਇਹ ਸਾਈਕਲ ਦੇ ਝੂਟੇ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਕੱਲ ਆਪਾਂ 2 ਦੀ ਅੰਤਰਾਲ ਗਿਣਤੀ ਸਿੱਖੀ ਸੀ। ਅੱਜ ਆਪਾਂ ਖੇਡ ਵਿੱਚ 3 ਦੀ ਅੰਤਰਾਲ ਗਿਣਤੀ ਸਿੱਖਾਂਗੇ। ਪਿਆਰੇ ਬੱਚਿਓ, ਸਾਡੇ ਛੋਟੇ ਜਿਹੇ ਚੂਚੂ ਨੂੰ ਛਾਲਾ ਮਾਰਨਾ ਬਹੁਤ ਪਸੰਦ ਹੈ। आओ देखिए आज ये किस तरह छाला मारते हुए आगे बढ़ता है। ध्यान नाल देखियो बच्चों चूचू ने पहली छाल मारी ते ये पहुंच गया 3 ते। 3 तो बच्चों इसने छाल मारी ते पहुंच गया 6 ते। 6 तो प्यारे बच्चों इसने छाल मारी ते पहुंच गया 9 ते। इसनु छाला मार के बहुत मजा आ रहा है। 9 तो इसने छाल मारी ते पहुंच गया बच्चों 12 ते। ਤਾਂ ਦੱਸੋ ਬੱਚਿਓ 9 ਤੇ ਪਹੁੰਚਣ ਲਈ ਚੂਚੂ ਨੇ ਕਿੰਨੀਆਂ ਛਾਲਾਂ ਮਾਰੀਆਂ? ਸ਼ਾਬਾਸ਼। ਤੀਸਰੀ ਛਾਲ ਵਿੱਚ ਚੂਚੂ 9 ਤੇ ਪਹੁੰਚਿਆ ਸੀ, ਭਾਵ ਇਸਨੇ 3 ਛਾਲਾਂ ਮਾਰੀਆਂ ਹਨ ਤੇ 4 ਛਾਲਾਂ ਮਾਰ ਕੇ ਚੂਚੂ ਕਿੱਥੇ ਪਹੁੰਚਿਆ ਹੈ? ਹਾਂਜੀ ਸ਼ਾਬਾਸ਼ ਬੱਚਿਓ। ਪਹਿਲੀ, ਦੂਸਰੀ, ਤੀਸਰੀ, ਚੌਥੀ ਛਾਲ ਵਿੱਚ ਚੂਚੂ 12 ਤੇ ਪਹੁੰਚਿਆ ਹੈ। तो बच्चों 12 तो इसने छाल मारी ते पहुंच गया 15 ते। 15 तो बच्चों इसने छाल मारी ते पहुंच गया 18 ते। तुसी देखिया प्यारे बच्चों चूचू ने किस तरह छाला मारिया हन। चूचू ने अपनी पहली छाल मारी ते पहुंच गया हाँ जी 3 ते। 3 तो प्यारे बच्चों इसने छाल मारी ते किथे पहुंचा 6 ते। 6 तो बच्चों तो इसने छाल मारी तो किथे पहुंचा 9 ते। 9 तो बच्चों इसने छाल मारी 12 ते। 12 तो इसने छाल मारी 15 ते। 15 तो छाल मार के प्यारे बच्चे पहुंच गया 18 ते। चूचू ने पहला 3 6 9 12 15 18 ते छाल मारिया हन। तो बच्चों ये की है? ये है 3 दी अंतराल गिनती। आओ मेरे नाल बोलो 3 दा अंतराल 3 दा अंतराल 3 दा अंतराल। बच्चों सीखो मेरे नाल 3 6 9 12 3 6 9 12 3 3 दी छाल मारा। 3 दा अंतराल 3 दा अंतराल। बच्चों बोलो मेरे नाल 15 18 21 24 27। 15 18 21 24 27 3 दे अंतराल दी मैं छाल लाई। 3 दा अंतराल 3 दा अंतराल। बच्चों बोलो मेरे नाल 30 33 36 39 30 33 36 39। इसे अंतराल विच गिनती गिनो सारी। 3 दा अंतराल 3 दा अंतराल 3 दा अंतराल। बच्चों बोलो मेरे नाल बोलो मेरे नाल। अरे बच्चों तुसी घर विच एक मजेदार गतिविधि करनी है। तुसी घर विच फर्श ते खाने बना के उन्हां विच गिनती लिखनी है ते 3 दे अंतराल ते छाला मारनियां हन ਤੇ ਦੇਖਣਾ ਹੈ ਕਿ 10 ਛਾਲਾਂ ਮਾਰ ਕੇ ਤੁਸੀਂ ਕਿੱਥੇ ਪਹੁੰਚਦੇ ਹੋ। ਪਿਆਰੇ ਬੱਚਿਓ ਤੁਸੀਂ ਆਪਣੀ ਕਾਪੀ ਵਿੱਚ 100 ਤੱਕ ਗਿਣਤੀ ਲਿਖਣੀ ਹੈ ਅਤੇ ਜਿਸ ਤਰ੍ਹਾਂ ਇੱਥੇ 3 ਦੇ ਅੰਤਰਾਲ ਵਿੱਚ ਰੰਗ ਭਰੇ ਹਨ ਉਸੇ ਤਰ੍ਹਾਂ ਤੁਸੀਂ ਵੀ 3 ਦੇ ਅੰਤਰਾਲ ਵਿੱਚ ਰੰਗ ਭਰਨੇ ਹਨ। ਧੰਨਵਾਦ। Hello dear kids. Today we will read the words where letter L is silent. Yes, letter L is silent here. Now let's read the words one by
1. P-A-L-M. Is it palm? No. Why? Because L is silent here. So, how to pronounce it? Palm. Palm. A palm tree. Palm of the hand. Next word. Yes, C-A-L-M. Calm. Not calm. Because L is silent here. Calm. Look. Windy weather. Calm weather. Calm. Yes, it is. Good. Half. L is silent here. Half bread. Cow's baby. Calf. C-A-L-F. Calf. C-H-Ch. L is silent here. So it is chalk. Chalk. Don't say chalk. Say chalk. Likewise, talk. T-A-L-K. Talk. Look. They are talking to each other. Talk. T-A-L-K. Talk. She went for a walk. W-A-L-K. Walk. L is silent here. Yes. F-O. Fo. L is silent here. So it is folk. Not folk. Not folk. It is folk. Kikli. The folk dance of Punjab. Folk. Next. Yolk. Yolk. The yellow internal part of the egg. Yolk. Yolk. Let's revise. Calm. Palm. Balm. Half. Calf. Walk. Talk. Chalk. Folk. Yolk. Now it's time for homework. Write down these words in your notebook and encircle the silent letter like this. Bye-bye. ਪਿਆਰੇ ਬੱਚਿਓ, ਤੁਸੀਂ ਚੌਥੀ ਜਮਾਤ ਦੀ ਪੰਜਾਬੀ ਪਾਠ ਪੁਸਤਕ ਦਾ ਪਾਠ 9 ਕਬੱਡੀ ਪੜ੍ਹ ਚੁੱਕੇ ਹੋ। ਇਸ ਪਾਠ ਰਾਹੀਂ ਤੁਸੀਂ ਕਬੱਡੀ ਖੇਡ ਬਾਰੇ ਬਹੁਤ ਕੁਝ ਜਾਣ ਲਿਆ ਹੈ। ਅੱਜ ਆਪਾਂ ਇਸ ਪਾਠ ਦੇ ਅਭਿਆਸੀ ਪ੍ਰਸ਼ਨ ਉੱਤਰ ਕਰਾਂਗੇ। ਪਿਆਰੇ ਬੱਚਿਓ, ਆਪਣਾ ਪਹਿਲਾ ਪ੍ਰਸ਼ਨ ਹੈ ਪ੍ਰਸ਼ਨ ਊੜਾ। ਕਬੱਡੀ ਦੇ ਕਿਹੜੇ-ਕਿਹੜੇ 2 ਰੂਪ ਹਨ? ਹਾਂਜੀ ਬੱਚਿਓ, ਆਪਾਂ ਪਾਠ ਵਿੱਚ ਪੜ੍ਹਿਆ ਹੈ। ਪਾਠ ਵਿੱਚ ਕਬੱਡੀ ਬਾਰੇ ਚੰਗੀ ਤਰ੍ਹਾਂ ਜਾਣਿਆ। ਬੱਚਿਓ, ਤੁਸੀਂ 2 ਤਸਵੀਰਾਂ ਦੇਖ ਰਹੇ ਹੋ। ਬੱਚਿਓ, ਤਾਂ ਦੱਸੋ ਕਬੱਡੀ ਦੇ ਕਿਹੜੇ-ਕਿਹੜੇ 2 ਰੂਪ ਹਨ? ਸ਼ਾਬਾਸ਼। ਪਹਿਲੀ ਤਸਵੀਰ ਨੈਸ਼ਨਲ ਸਟਾਈਲ ਕਬੱਡੀ ਖੇਡ ਰਹੇ ਖਿਡਾਰੀਆਂ ਦੀ ਹੈ ਤੇ ਦੂਸਰੀ ਤਸਵੀਰ ਸਰਕਲ ਸਟਾਈਲ ਕਬੱਡੀ ਖੇਡ ਰਹੇ ਖਿਡਾਰੀਆਂ ਦੀ ਹੈ। ਹੁਣ ਆਪਾਂ
ਇਸ ਪ੍ਰਸ਼ਨ ਦਾ ਉੱਤਰ ਕਰਦੇ ਹਾਂ। ਨੰਬਰ 1 ਨੈਸ਼ਨਲ ਸਟਾਈਲ ਕਬੱਡੀ, ਨੰਬਰ 2 ਸਰਕਲ ਸਟਾਈਲ ਕਬੱਡੀ। ਪ੍ਰਸ਼ਨ ਆੜਾ ਨੈਸ਼ਨਲ ਸਟਾਈਲ ਕਬੱਡੀ ਦੇ ਮੈਦਾਨ ਦਾ ਆਕਾਰ ਕਿਹੋ ਜਿਹਾ ਹੁੰਦਾ ਹੈ? ਬੱਚਿਓ, ਤੁਸੀਂ ਸਾਰਿਆਂ ਨੇ ਕਬੱਡੀ ਖੇਡ ਜ਼ਰੂਰ ਵੇਖੀ ਹੋਵੇਗੀ, ਕੁਝ ਨੇ ਤਾਂ ਖੇਡੀ ਵੀ ਹੋਵੇਗੀ। ਤਸਵੀਰ ਵਿੱਚ ਤੁਸੀਂ ਜੋ ਮੈਦਾਨ ਵੇਖ ਰਹੇ ਹੋ ਉਹ ਕਿਹੜਾ ਮੈਦਾਨ ਹੈ? ਸ਼ਾਬਾਸ਼ ਬੱਚਿਓ, ਇਹ ਨੈਸ਼ਨਲ ਸਟਾਈਲ ਕਬੱਡੀ ਦਾ ਮੈਦਾਨ ਹੈ। ਇਹ ਮੈਦਾਨ ਆਇਤਾਕਾਰ ਹੁੰਦਾ ਹੈ। ਬੱਚਿਓ, ਆਪਾਂ ਹੁਣ ਇਸ ਪ੍ਰਸ਼ਨ ਦਾ ਉੱਤਰ ਕਰਦੇ ਹਾਂ। ਨੈਸ਼ਨਲ ਸਟਾਈਲ ਕਬੱਡੀ ਦਾ ਮੈਦਾਨ ਆਇਤਾਕਾਰ ਹੁੰਦਾ ਹੈ। ਇਸ ਦੇ ਬਿਲਕੁਲ ਵਿਚਕਾਰ ਮੱਧ ਰੇਖਾ ਮੈਦਾਨ ਨੂੰ 2 ਬਰਾਬਰ ਭਾਗਾਂ ਵਿੱਚ ਵੰਡਦੀ ਹੈ। ਪ੍ਰਸ਼ਨ ਈੜੀ ਨੈਸ਼ਨਲ ਸਟਾਈਲ ਕਬੱਡੀ ਦੀ ਟੀਮ ਵਿੱਚ ਕਿੰਨੇ ਖਿਡਾਰੀ ਭਾਗ ਲੈਂਦੇ ਹਨ? ਪਿਆਰੇ ਬੱਚਿਓ, ਤੁਸੀਂ ਪਾਠ ਵਿੱਚ ਚੰਗੀ ਤਰ੍ਹਾਂ ਜਾਣਿਆ ਹੈ। ਤੁਸੀਂ ਤਸਵੀਰਾਂ ਦੇਖ ਰਹੇ ਹੋ ਤਾਂ ਫਿਰ ਦੱਸੋ ਨੈਸ਼ਨਲ ਸਟਾਈਲ ਕਬੱਡੀ ਦੀ ਟੀਮ ਵਿੱਚ ਕਿੰਨੇ ਖਿਡਾਰੀ ਹੁੰਦੇ ਹਨ? ਸ਼ਾਬਾਸ਼ ਬੱਚਿਓ, ਪਹਿਲੀ ਤਸਵੀਰ ਵਿੱਚ 12 ਖਿਡਾਰੀ ਹਨ ਜੋ ਕਿ ਪੂਰੀ ਟੀਮ ਦਾ ਹਿੱਸਾ ਹੁੰਦੇ ਹਨ। ਦੂਸਰੀ ਤਸਵੀਰ ਵਿੱਚ ਭਾਗ ਲੈਣ ਵਾਲੇ ਖਿਡਾਰੀ ਖੇਡ ਰਹੇ ਹਨ। ਬੱਚਿਓ, ਆਪਾਂ ਹੁਣ ਇਸ ਪ੍ਰਸ਼ਨ ਦਾ ਉੱਤਰ ਕਰਦੇ ਹਾਂ। ਨੈਸ਼ਨਲ ਸਟਾਈਲ ਕਬੱਡੀ ਦੀ ਟੀਮ ਵਿੱਚ 12 ਖਿਡਾਰੀ ਹੁੰਦੇ ਹਨ। ਖੇਡ ਵਿੱਚ 7 ਖਿਡਾਰੀ ਭਾਗ ਲੈਂਦੇ ਹਨ। ਪ੍ਰਸ਼ਨ ਸੱਸਾ ਕਬੱਡੀ ਖੇਡਣ ਲਈ ਖਿਡਾਰੀ ਵਿੱਚ ਕਿਹੜੇ-ਕਿਹੜੇ ਗੁਣ ਹੋਣੇ ਚਾਹੀਦੇ ਹਨ? ਪਿਆਰੇ ਬੱਚਿਓ, ਕਬੱਡੀ ਇੱਕ ਚੁਸਤੀ, ਫੁਰਤੀ ਤੇ ਨਰੋਏ ਸਰੀਰ ਵਾਲੀ ਖੇਡ ਹੈ। ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਖਿਡਾਰੀ ਕਿੰਨੇ ਸੋਹਣੇ ਸਰੀਰ ਦੇ ਹਨ। ਆਓ ਹੁਣ ਆਪਾਂ ਇਸ ਪ੍ਰਸ਼ਨ ਦਾ ਉੱਤਰ ਕਰਦੇ ਹਾਂ। ਕਬੱਡੀ ਖੇਡਣ ਲਈ ਇੱਕ ਖਿਡਾਰੀ ਵਿੱਚ ਸਰੀਰਕ ਸ਼ਕਤੀ, ਤੇਜ਼ ਰਫ਼ਤਾਰ, ਲੰਮਾ ਸਾਹ, ਚੁਸਤੀ ਅਤੇ ਫੁਰਤੀ ਦੇ ਗੁਣ ਹੋਣੇ ਚਾਹੀਦੇ ਹਨ। ਪ੍ਰਸ਼ਨ ਹਾਹਾ ਕਬੱਡੀ ਅਤੇ ਕੁਸ਼ਤੀ ਵਿੱਚ ਕੀ ਸਾਂਝ ਹੈ? ਪਿਆਰੇ ਬੱਚਿਓ, ਤੁਸੀਂ ਕਬੱਡੀ ਤੇ ਕੁਸ਼ਤੀ ਦੋਵੇਂ ਖੇਡਾਂ ਖੇਡਦੇ ਖਿਡਾਰੀ ਜ਼ਰੂਰ ਵੇਖੇ ਹੋਣਗੇ। ਪਹਿਲੀ ਤਸਵੀਰ ਕਬੱਡੀ ਤੇ ਦੂਸਰੀ ਕੁਸ਼ਤੀ ਖੇਡਣ ਸਮੇਂ ਦੀ ਹੈ। ਦੋਵਾਂ ਖੇਡਾਂ ਵਿੱਚ ਬਹੁਤ ਸਾਂਝ ਹੈ। ਆਓ ਹੁਣ ਆਪਾਂ ਇਸ ਪ੍ਰਸ਼ਨ ਦਾ ਉੱਤਰ ਕਰਦੇ ਹਾਂ। ਕਬੱਡੀ ਅਤੇ ਕੁਸ਼ਤੀ ਦੋਵੇਂ ਸਰੀਰਕ ਸ਼ਕਤੀ ਦੀਆਂ ਖੇਡਾਂ ਹਨ। ਕੁਸ਼ਤੀ ਵਿੱਚ ਜਿੱਤ ਹਾਰ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ, ਪਰ ਕਬੱਡੀ ਵਿੱਚ ਹਰ ਰੇਡ ਉੱਤੇ ਇੱਕ ਜਿੱਤ ਹਾਰ ਸ਼ਾਮਲ ਹੈ। ਇਸ ਤਰ੍ਹਾਂ ਹਰ ਰੇਡ ਇੱਕ ਮਿੰਨੀ ਕੁਸ਼ਤੀ ਹੈ। ਪਿਆਰੇ ਬੱਚਿਓ, ਤੁਸੀਂ ਇਹਨਾਂ ਅਭਿਆਸੀ ਪ੍ਰਸ਼ਨਾਂ ਦੇ ਉੱਤਰ ਸੁੰਦਰ ਲਿਖਾਈ ਵਿੱਚ ਕਾਪੀਆਂ ਉੱਪਰ ਲਿਖਣੇ ਅਤੇ ਯਾਦ ਕਰਨੇ ਹਨ। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਡਾ ਅਧਿਆਇ 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ ਚੱਲ ਰਿਹਾ ਹੈ ਤੇ ਅੱਜ ਅਸੀਂ ਅਭਿਆਸ 2.8 ਦਾ ਸਵਾਲ ਨੰਬਰ 6 ਦਾ B ਪਾਠ ਹੱਲ ਕਰਾਂਗੇ। ਬੱਚਿਓ, ਮੇਰੇ ਕੋਲ 98 ਰੁਪਏ ਨੇ। 10 ਤੇ ਮੇਰੇ ਕੋਲ 9 ਨੋਟ ਅਤੇ 2 ਦੇ ਮੇਰੇ ਕੋਲ 4 ਨੋਟ ਨੇ। ਇਹਨਾਂ 98 ਰੁਪਿਆਂ ਵਿੱਚੋਂ 14 ਰੁਪਏ ਮੈਂ ਇਹਨਾਂ ਕਾਰਡਸ ਵਿੱਚ ਪਾਉਣੇ ਨੇ। ਦੇਖਦੇ ਆ ਮੈਨੂੰ ਕਿੰਨੇ ਕਾਰਡਸ ਦੀ ਜ਼ਰੂਰਤ ਪੈਂਦੀ ਹੈ। 14 ਰੁਪਏ ਪਹਿਲੇ ਕਾਰਡ ਵਿੱਚ ਪਾਉਣ ਤੋਂ ਬਾਅਦ ਕਿੰਨੇ ਰੁਪਏ ਰਹਿ ਗਏ? 98 ਘਟਾਓ 14 84। 14 ਰੁਪਏ ਦੂਸਰੇ ਕਾਰਡ ਵਿੱਚ ਪਾਉਣ ਤੋਂ ਬਾਅਦ ਕਿੰਨੇ ਰੁਪਏ ਰਹਿ ਗਏ? 84 ਘਟਾਓ 14 70। ਹੁਣ 70 ਰੁਪਏ ਰਹਿ ਗਏ ਨੇ। ਹੁਣ 70 ਰੁਪਿਆਂ ਵਿੱਚੋਂ 14 ਰੁਪਏ ਮੈਂ ਤੀਸਰੇ ਕਾਰਡ ਵਿੱਚ ਪਾਉਣੇ ਨੇ, ਪਰ ਮੇਰੇ ਕੋਲ 10 ਦੇ ਹੀ ਨੋਟ ਨੇ। ਇਸ ਲਈ ਮੈਂ ਇੱਕ 10 ਰੁਪਏ ਦੇ ਨੋਟ ਦੇ ਬਦਲੇ 5 2 ਰੁਪਏ ਦੇ ਨੋਟ ਲੈ ਲੈਣੀ ਹਾਂ। ਤੀਸਰੇ ਕਾਰਡ ਵਿੱਚ 14 ਰੁਪਏ ਪਾਉਣ ਤੋਂ ਬਾਅਦ ਹੁਣ ਕਿੰਨੇ ਰੁਪਏ ਰਹਿ ਗਏ? 70 ਘਟਾਓ 14 56। 14 ਰੁਪਏ ਚੌਥੇ ਕਾਰਡ ਵਿੱਚ ਪਾਉਣ ਤੋਂ ਬਾਅਦ ਹੁਣ ਕਿੰਨੇ ਰੁਪਏ ਰਹਿ ਗਏ? 56 ਘਟਾਓ 14 42। ਮੇਰੇ ਕੋਲ 10 ਤੇ 4 ਨੋਟ ਅਤੇ 2 ਦਾ ਇੱਕ ਹੀ ਨੋਟ ਹੈ। ਇਸ ਲਈ ਮੈਂ 10 ਰੁਪਏ ਦੇ ਇੱਕ ਨੋਟ ਦੇ ਬਦਲੇ 2 ਦੇ 5 ਨੋਟ ਲੈ ਲੈਣੀ ਹਾਂ। ਹੁਣ ਮੈਂ 14 ਰੁਪਏ ਪੰਜਵੇਂ ਕਾਰਡ ਵਿੱਚ ਪਾ ਦਿੰਨੀ ਹਾਂ। 14 ਰੁਪਏ ਪੰਜਵੇਂ ਕਾਰਡ ਵਿੱਚ ਪਾਉਣ ਤੋਂ ਬਾਅਦ ਹੁਣ ਕਿੰਨੇ ਰੁਪਏ ਰਹਿ ਗਏ? 42 ਘਟਾਓ 14 28।
14 ਰੁਪਏ 6ਵੇਂ ਕਾਰਡ ਵਿੱਚ ਪਾਉਣ ਤੋਂ ਬਾਅਦ ਹੁਣ ਮੇਰੇ ਕੋਲ ਕਿੰਨੇ ਰੁਪਏ ਰਹਿ ਗਏ ਨੇ 28 ਘਟਾਓ 14 14 ਹੁਣ ਮੇਰੇ ਕੋਲ 14 ਰੁਪਏ ਰਹਿ ਗਏ ਨੇ 14 ਰੁਪਏ 7ਵੇਂ ਕਾਰਡ ਵਿੱਚ ਪਾਉਣ ਤੋਂ ਬਾਅਦ ਮੇਰੇ ਕੋਲ ਕਿੰਨੇ ਰੁਪਏ ਰਹਿ ਗਏ ਮੇਰੇ ਕੋਲ ਕੋਈ ਵੀ ਰੁਪਿਆ ਨਹੀਂ ਰਿਹਾ 14 ਘਟਾਓ 14 0 ਇਸ ਤਰ੍ਹਾਂ ਤੁਸੀਂ ਦੇਖਿਆ ਬੱਚਿਓ ਅਸੀਂ ਵਾਰ-ਵਾਰ ਘਟਾਓ ਦੀ ਵਿਧੀ ਰਾਹੀਂ ਭਾਗ ਕੀਤਾ ਹੈ ਤੇ ਕਿੰਨੀ ਵਾਰੀ ਅਸੀਂ ਭਾਗ ਕੀਤਾ ਹੈ 7 ਵਾਰ ਇਸ ਲਈ ਬੱਚਿਓ 98 ਭਾਗ 14 ਬਰਾਬਰ 7 ਬੱਚਿਓ ਹੁਣ ਅਸੀਂ ਇਸ ਨੂੰ ਗੈਰ ਮਿਆਰੀ ਵਿਧੀ ਰਾਹੀਂ ਹੱਲ ਕਰਦੇ ਹਾਂ 10-10 ਰੁਪਏ ਦੇ 9 ਨੋਟ ਅਤੇ 2-2 ਰੁਪਏ ਦੇ 4 ਨੋਟ ਨੇ 10-10 ਰੁਪਏ ਦੇ 9 ਨੋਟਾਂ ਨੂੰ ਮੈਂ ਬਰਾਬਰ 14 ਭਾਗਾਂ ਵਿੱਚ ਨਹੀਂ ਵੰਡ ਸਕਦੀ ਇਸ ਲਈ ਮੈਂ 10-10 ਰੁਪਏ ਦੇ 9 ਨੋਟਾਂ ਦੇ ਬਦਲੇ 5-5 ਰੁਪਏ ਦੇ 18 ਨੋਟ ਲੈ ਲੈਂਦੀ ਹਾਂ ਹੁਣ ਮੈਂ 5-5 ਰੁਪਏ ਦੇ 14 ਨੋਟ ਬਰਾਬਰ 14 ਭਾਗਾਂ ਵਿੱਚ ਵੰਡ ਦਿੰਦੀ ਹਾਂ ਦੇਖਦੇ ਹਾਂ ਬੱਚਿਓ ਮੈਂ ਕਿੰਨੇ ਰੁਪਏ ਵੰਡ ਦਿੱਤੇ 14 ਗੁਣਾ 5 70 ਹਾਂਜੀ ਬੱਚਿਓ ਮੈਂ 70 ਰੁਪਏ ਵੰਡ ਦਿੱਤੇ ਨੇ ਤੇ ਦੇਖਦੇ ਹਾਂ ਹੁਣ ਮੇਰੇ ਕੋਲ ਕਿੰਨੇ ਰੁਪਏ ਬਾਕੀ ਰਹਿ ਗਏ 5 10 15 20 22 24 26 28 ਹਾਂਜੀ ਹੁਣ ਮੇਰੇ ਕੋਲ 28 ਰੁਪਏ ਰਹਿ ਗਏ ਨੇ 5-5 ਰੁਪਏ ਦੇ ਮੇਰੇ ਕੋਲ 4 ਨੋਟ ਅਤੇ 2-2 ਰੁਪਏ ਦੇ ਵੀ 4 ਨੋਟ ਨੇ 5-5 ਰੁਪਏ ਦੇ 4 ਨੋਟਾਂ ਨੂੰ ਮੈਂ ਬਰਾਬਰ 14 ਭਾਗਾਂ ਵਿੱਚ ਨਹੀਂ ਵੰਡ ਸਕਦੀ ਇਸ ਲਈ ਮੈਂ 5 ਰੁਪਏ ਦੇ 4 ਨੋਟਾਂ ਦੇ ਬਦਲੇ 2-2 ਰੁਪਏ ਦੇ 10 ਨੋਟ ਲੈ ਲੈਣੀ ਹਾਂ ਹੁਣ ਮੇਰੇ ਕੋਲ 2-2 ਰੁਪਏ ਦੇ 14 ਨੋਟ ਹੋ ਗਏ ਨੇ ਤੇ ਹੁਣ ਮੈਂ ਇਹਨਾਂ ਨੂੰ ਬਰਾਬਰ 14 ਭਾਗਾਂ ਵਿੱਚ ਵੰਡ ਦਿੰਨੀ ਹਾਂ ਤੇ ਦੇਖਦੇ ਹਾਂ ਮੈਂ ਕਿੰਨੇ ਰੁਪਏ ਵੰਡ ਦਿੱਤੇ 14 ਗੁਣਾ 2 28 ਬੱਚਿਓ ਮੈਂ 28 ਰੁਪਏ ਵੰਡ ਦਿੱਤੇ ਨੇ ਤੇ ਹੁਣ ਮੇਰੇ ਕੋਲ ਕਿੰਨੇ ਰੁਪਏ ਬਾਕੀ ਰਹਿ ਗਏ 28 ਘਟਾਓ 28 0 ਹੁਣ ਮੇਰੇ ਕੋਲ ਕੋਈ ਵੀ ਰੁਪਿਆ ਬਾਕੀ ਨਹੀਂ ਰਿਹਾ ਬੱਚਿਓ ਹੁਣ ਅਸੀਂ ਗੈਰ ਮਿਆਰੀ ਵਿਧੀ ਨੂੰ ਭਾਗ ਦੇ ਰੂਪ ਵਿੱਚ ਲਿਖਦੇ ਹਾਂ 98 ਨੂੰ 14 ਭਾਗਾਂ ਵਿੱਚ ਵੰਡਣਾ ਹੈ ਪਹਿਲਾਂ ਮੈਂ 5-5 ਰੁਪਏ ਦੇ 14 ਨੋਟ ਵੰਡੇ 14 5 70 ਰੁਪਏ ਵੰਡਣ ਤੋਂ ਬਾਅਦ ਮੇਰੇ ਕੋਲ ਕਿੰਨੇ ਰੁਪਏ ਬਾਕੀ ਰਹਿ ਗਏ 98 ਘਟਾਓ 70 28 ਰੁਪਏ ਬਾਕੀ ਰਹਿ ਗਏ ਬਾਅਦ ਵਿੱਚ ਬੱਚਿਓ ਮੈਂ 2-2 ਰੁਪਏ ਦੇ 14 ਨੋਟ ਵੰਡੇ 14 ਦੂਣਾ 28 2-2 ਰੁਪਏ ਦੇ 14 ਨੋਟ ਵੰਡਣ ਤੋਂ ਬਾਅਦ ਮੇਰੇ ਕੋਲ ਕਿੰਨੇ ਰੁਪਏ ਰਹਿ ਗਏ 28 ਘਟਾਓ 28 0 ਮੇਰੇ ਕੋਲ ਕੋਈ ਵੀ ਰੁਪਿਆ ਨਹੀਂ ਰਿਹਾ ਇਸ ਤਰ੍ਹਾਂ ਬੱਚਿਓ ਤੁਸੀਂ ਦੇਖਿਆ ਹਰ ਇੱਕ ਦੇ ਹਿੱਸੇ ਕਿੰਨੇ ਰੁਪਏ ਆਏ 5 + 2 7 ਬੱਚਿਓ ਹੁਣ ਅਸੀਂ ਇਸ ਨੂੰ ਭਾਗ ਦੀ ਮਿਆਰੀ ਵਿਧੀ ਰਾਹੀਂ ਹੱਲ ਕਰਾਂਗੇ 98 ਨੂੰ 14 ਨਾਲ ਭਾਗ ਕਰਨਾ ਹੈ ਇਕਾਈ ਦੇ ਸਥਾਨ ਤੇ ਸਾਡੇ ਕੋਲ 8 ਹੈ ਅਤੇ ਦਹਾਈ ਦੇ ਸਥਾਨ ਤੇ 9 ਹੈ ਹਾਂਜੀ ਬੱਚਿਓ 14 ਦੇ ਪਹਾੜੇ ਵਿੱਚ 98 ਕਿੰਨੇ ਤੇ ਆਂਦਾ ਹੈ ਹਾਂਜੀ ਸ਼ਾਬਾਸ਼ 14 7 98 14 7 98 98 ਵਿੱਚੋਂ 98 ਨੂੰ ਘਟਾਉਣ ਤੋਂ ਬਾਅਦ ਕਿੰਨੇ ਬਾਕੀ ਬਚੇ ਹਾਂਜੀ 0 ਇਸ ਤਰ੍ਹਾਂ ਬੱਚਿਓ 98 ਨੂੰ 14 ਨਾਲ ਭਾਗ ਕਰਨ ਤੇ ਕਿੰਨਾ ਆਇਆ ਉੱਤਰ 7 ਬੱਚਿਓ ਇਸ ਤਰ੍ਹਾਂ ਤੁਸੀਂ ਵੇਖਿਆ ਅਸੀਂ ਘਟਾਓ ਵਿਧੀ ਰਾਹੀਂ ਗੈਰ ਮਿਆਰੀ ਅਤੇ ਮਿਆਰੀ ਵਿਧੀ ਰਾਹੀਂ 98 ਨੂੰ 14 ਨਾਲ ਭਾਗ ਕੀਤਾ ਹੈ ਤੇ ਉੱਤਰ ਸਾਨੂੰ ਹਰ ਵਾਰੀ 7 ਹੀ ਪ੍ਰਾਪਤ ਹੋਇਆ ਹੈ ਹੁਣ ਅਸੀਂ ਆਪਣੇ ਉੱਤਰ ਦੀ ਪੜਤਾਲ ਕਰਦੇ ਹਾਂ ਭਾਜ ਕਿੰਨਾ ਹੈ ਸਾਡੇ ਕੋਲ 98 ਬਰਾਬਰ ਭਾਜਕ ਕਿੰਨਾ ਹੈ 14 ਗੁਣਾ ਭਾਗਫਲ ਕਿੰਨਾ ਹੈ 7 ਜਮਾ ਬਾਕੀ ਸਾਡੇ ਕੋਲ ਕਿੰਨਾ ਆਇਆ ਸੀ 0 ਹੁਣ ਅਸੀਂ ਭਾਜਕ ਅਤੇ ਭਾਗਫਲ ਨੂੰ ਗੁਣਾ ਕਰਦੇ ਹਾਂ 14 ਗੁਣਾ 7 98 ਜਮਾ 0 98 ਜਮਾ 0 ਕਿੰਨੇ ਆ ਗਏ 98 ਇਸ ਤਰ੍ਹਾਂ ਬੱਚਿਓ ਸਾਡਾ ਉੱਤਰ ਭਾਜ ਦੇ ਬਰਾਬਰ ਆ ਗਿਆ ਹੈ ਤੇ ਅਸੀਂ ਆਪਣੇ ਉੱਤਰ ਦੀ ਪੜਤਾਲ ਕਰ ਲਈ ਹੈ ਘਰ ਦੇ ਕੰਮ ਵਿੱਚ ਬੱਚਿਓ ਤੁਸੀਂ ਅਭਿਆਸ 2.8 ਦਾ ਸਵਾਲ ਨੰਬਰ 6 ਦਾ A, B ਅਤੇ C ਪਾਠ ਹੱਲ ਕਰਨਾ ਹੈ ਧੰਨਵਾਦ ਬੱਚਿਓ Hello dear students. Today we will do B part of vocabulary. How many times have the following shapes been used in the picture? Okay? Let's start with
counting of different shapes. Students, first we have square. Look for squares in this picture. Yes, here we have a square, one square. Can you see more squares in this picture? No, we have only one blue square. So write down 1 in front of square. Okay? Next we have triangle. Look for triangles. Yes, you know it very well. Here are triangles. So let's count them. 1, 2, 3, 4. We have 4 triangles in this picture. So write down 4 in front of triangle. Next is circle. Students, look for circles in the picture. Is it a circle? No. Here are circles. And we have 2 circles, 2 yellow circles. Write down 2 in front of circle. Okay? Now we have to find out star. Look for stars. Yes, 1, 2. 2 stars. Students, write down 2 in front of star. Next is pentagon. Look here. Look for pentagon. Yes, it's a pentagon. Orange pentagon. Can you see more pentagons? No, we have only one pentagon. 1 pentagon. In the last, we have rectangle. Let's find out how many rectangles are there. 1, 2. We have 2 rectangles. 2 rectangles. Let's revise. We have 1 square, 4 triangles, 2 circles, 2 stars, 1 pentagon, 2 rectangles. Okay? Now it's time for your homework. You have to write down name and number of shapes in your notebooks neatly. Okay? Thank you. See you soon. नमस्कार प्यारे बच्चों, आज की हिंदी विषय की कक्षा में आप सबका स्वागत है। इससे पहले हमने अपनी हिंदी विषय की कक्षा में स्वर, व्यंजन और स्वरों की मात्राओं के बारे में जानकारी प्राप्त की थी। आज हम आ की मात्रा के साथ व्यंजनों का प्रयोग करते हुए अलग अलग शब्द बनाना सीखेंगे। तो चलो आओ बच्चों, शुरू करते हैं। प को जब हम आ के साथ जोड़ेंगे तो बनता है पा। पा को जब हम व्यंजन न के साथ जोड़ते हैं तो शब्द बनता है पान, और ठ के साथ जोड़ने पर शब्द बनेगा पाठ। पहला शब्द बना है पान और दूसरा शब्द बना है
पाठ। प्यारे बच्चों, क को जब हम आ के साथ जोड़ेंगे तो बनेगा का को जब हम व्यंजन र के साथ जोड़ेंगे तो जो शब्द बनेगा वह है कार। इसी प्रकार का को ला के साथ जोड़ने पर शब्द बनता है काला। जो पहला शब्द बनाया गया है वह है कार, और जो दूसरा शब्द बना है वह है काला। च को आ के साथ मिलाएंगे तो बनता है चा को जब हम व्यंजन ट के साथ जोड़ेंगे तो शब्द बनता है चाट। इसी प्रकार ल के साथ जोड़ने पर शब्द बनता है चाल। जो पहला शब्द बना है वह है चाट और दूसरा शब्द है चाल। बच्चों, ख को जब हम आ के साथ मिलाएंगे तो बनता है खा को जब हम ना के साथ मिलाएंगे तो शब्द बनता है खाना। इसी प्रकार द के साथ मिलाने पर शब्द बनता है खाद। जो शब्द बनाया गया है वह है खाना और दूसरा है खाद। बच्चों, जब हम न को आ के साथ जोड़ेंगे तो बनता है ना को जब हम व्यंजन क के साथ जोड़ेंगे तो शब्द बनता है नाक, और जब म के साथ जोड़ेंगे तो शब्द बनेगा नाम। जो पहला शब्द बनाया गया है वह है नाक और दूसरा शब्द बना है नाम। बच्चों, यहाँ पर नाम कोई भी हो सकता है। बच्चों, अब बारी है दोहराई की। कार, काला, काला, खाद, खाद, पान, आग, चाल, नाम, हार। प्यारे बच्चों, आज मैंने आपको आ की मात्रा के साथ अलग अलग व्यंजनों को जोड़कर नए नए शब्द बनाना सिखाए हैं। अब बारी है गृह कार्य की। गृह कार्य में जो मैंने ये शब्द लिखे हैं इनको आपने अपनी अभ्यास पुस्तिका पर लिखने हैं और इनको याद भी करना है। धन्यवाद। ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਕੱਲ ਦੀ ਆਨਲਾਈਨ ਜਮਾਤ ਵਿੱਚ ਤੁਹਾਨੂੰ ਖਰਗੋਸ਼ ਅਤੇ ਕੱਛੂ ਕੁੰਮੇ ਦੀ ਕਹਾਣੀ ਸੁਣਾਈ ਗਈ ਸੀ, ਜਿਸ ਵਿੱਚੋਂ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਕਿਸੇ ਦਾ ਵੀ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਅੱਜ ਅਸੀਂ ਇਸ ਕਹਾਣੀ ਵਿੱਚੋਂ ਬਹੁ ਵਿਕਲਪੀ ਪ੍ਰਸ਼ਨ ਉੱਤਰ ਕਰਾਂਗੇ ਤੇ ਆਓ ਫਿਰ ਸ਼ੁਰੂ ਕਰਦੇ ਹਾਂ। ਸਾਡਾ ਪਹਿਲਾ ਪ੍ਰਸ਼ਨ ਹੈ, ਖਰਗੋਸ਼ ਨੂੰ ਸੁੱਤਾ ਦੇਖ ਕੇ ਕੱਛੂ ਕੁੰਮੇ ਨੇ ਕੀ ਕੀਤਾ? ਊੜਾ, ਖਰਗੋਸ਼ ਨੂੰ ਜਗਾਇਆ। ਐੜਾ, ਕੱਛੂ ਕੁੰਮਾ ਵੀ ਸੌਂ ਗਿਆ। ਈੜੀ, ਕੱਛੂ ਕੁੰਮਾ ਅੱਗੇ ਨਿਕਲ ਗਿਆ। ਸੱਸਾ, ਉਪਰੋਕਤ ਵਿੱਚੋਂ ਕੋਈ ਨਹੀਂ। ਤੇ ਸਾਡਾ ਸਹੀ ਉੱਤਰ ਹੈ ਵਿਕਲਪ ਹਾਂਜੀ, ਈੜੀ, ਕੱਛੂ ਕੁੰਮਾ ਅੱਗੇ ਨਿਕਲ ਗਿਆ। ਬੱਚਿਓ, ਅਗਲੇ ਪ੍ਰਸ਼ਨ ਵਿੱਚ ਅਸੀਂ ਸਹੀ ਸ਼ਬਦ ਚੁਣ ਕੇ ਖਾਲੀ ਥਾਂ ਵਿੱਚ ਭਰਨਾ ਹੈ ਤੇ ਸਾਡੀ ਖਾਲੀ ਥਾਂ ਹੈ, ਖਰਗੋਸ਼ ਨੂੰ ਆਪਣੀ ਤੇਜ਼ ਚਾਲ ਤੇ ਖਾਲੀ ਥਾਂ ਸੀ। ਊੜਾ, ਹੰਕਾਰ। ਐੜਾ, ਯਕੀਨ। ਈੜੀ, ਆਰਾਮ। ਸੱਸਾ, ਮਜ਼ਾਕ। ਤੇ ਸਾਡਾ ਸਹੀ ਉੱਤਰ ਹੈ ਵਿਕਲਪ ਹਾਂਜੀ, ਊੜਾ, ਖਰਗੋਸ਼ ਨੂੰ ਆਪਣੀ ਤੇਜ਼ ਚਾਲ ਤੇ ਹੰਕਾਰ ਸੀ। ਸਾਡਾ ਅਗਲਾ ਪ੍ਰਸ਼ਨ ਹੈ,
ਜਿਵੇਂ ਤੇਜ਼ ਸ਼ਬਦ ਦਾ ਵਿਰੋਧੀ ਸ਼ਬਦ ਹੌਲੀ ਹੁੰਦਾ ਹੈ, ਉਸੇ ਤਰ੍ਹਾਂ ਆਰਾਮ ਸ਼ਬਦ ਦਾ ਵਿਰੋਧੀ ਸ਼ਬਦ ਕੀ ਹੋਵੇਗਾ? ਊੜਾ ਹਾਰ, ਐੜਾ ਬੇਆਰਾਮ, ਈੜੀ ਦੂਰ, ਸੱਸਾ ਜਾਗ। ਹਾਂਜੀ, ਬਿਲਕੁਲ ਸਹੀ ਪਹਿਚਾਣਿਆ। ਇਸ ਪ੍ਰਸ਼ਨ ਦਾ ਉੱਤਰ ਹੈ ਵਿਕਲਪ ਐੜਾ ਬੇਆਰਾਮ। ਬੱਚਿਓ, ਅਗਲੇ ਪ੍ਰਸ਼ਨ ਵਿੱਚ ਤੁਸੀਂ ਦਿੱਤੇ ਗਏ ਵਾਕ ਵਿੱਚੋਂ ਵਿਸ਼ੇਸ਼ਣ ਚੁਣਨਾ ਹੈ ਤੇ ਸਾਡਾ ਵਾਕ ਹੈ, ਖਰਗੋਸ਼ ਨੂੰ ਆਪਣੀ ਤੇਜ਼ ਚਾਲ ਉੱਤੇ ਬਹੁਤ ਹੰਕਾਰ ਸੀ। ਤੇ ਸਾਡੇ ਵਿਕਲਪ ਹਨ ਊੜਾ ਖਰਗੋਸ਼, ਐੜਾ ਆਪਣੀ, ਈੜੀ ਤੇਜ਼, ਸੱਸਾ ਉੱਤੇ। ਤੇ ਬੱਚਿਓ, ਤੁਸੀਂ ਇਸ ਪ੍ਰਸ਼ਨ ਦੇ ਉੱਤਰ ਲਈ ਬਿਲਕੁਲ ਸਹੀ ਅੰਦਾਜ਼ਾ ਲਗਾ ਰਹੇ ਹੋ ਤੇ ਸਾਡਾ ਸਹੀ ਵਿਕਲਪ ਹੈ ਈੜੀ ਤੇਜ਼। ਬੱਚਿਓ, ਅਗਲੇ ਪ੍ਰਸ਼ਨ ਵਿੱਚ ਤੁਸੀਂ ਦਿੱਤੇ ਗਏ ਵਾਕ ਵਿੱਚੋਂ ਨਾਂਵ ਚੁਣਨਾ ਹੈ ਤੇ ਸਾਡਾ ਵਾਕ ਹੈ, ਉਸ ਨੂੰ ਕੱਛੂ ਕੁੰਮਾ ਕਿਤੇ ਵੀ ਨਜ਼ਰ ਨਾ ਆਇਆ। ਤੇ ਸਾਡੇ ਵਿਕਲਪ ਹਨ ਊੜਾ ਉਸ ਨੂੰ, ਐੜਾ ਕਿਤੇ, ਈੜੀ ਨਜ਼ਰ, ਸੱਸਾ ਕੱਛੂ ਕੁੰਮਾ। ਤੇ ਸਾਡਾ ਸਹੀ ਉੱਤਰ ਹੈ ਵਿਕਲਪ ਹਾਂਜੀ ਸੱਸਾ ਕੱਛੂ ਕੁੰਮਾ। ਸਾਡਾ ਅਗਲਾ ਪ੍ਰਸ਼ਨ ਹੈ, ਜਾਨਵਰ ਦਾ ਜਾਨਵਰਾਂ ਨਾਲ ਜੋ ਸਬੰਧ ਹੈ, ਉਸੇ ਤਰ੍ਹਾਂ ਜਿੱਤ ਦਾ ਸਬੰਧ ਕਿਸ ਨਾਲ ਹੋਵੇਗਾ? ਊੜਾ ਜਿੱਤੇ, ਐੜਾ ਜਿੱਤਾਂ, ਈੜੀ ਜਿੱਤੀ, ਸੱਸਾ ਜਿੱਤਿਆ। ਤੇ ਬੱਚਿਓ, ਇਸ ਪ੍ਰਸ਼ਨ ਦੇ ਉੱਤਰ ਲਈ ਤੁਸੀਂ ਬਿਲਕੁਲ ਸਹੀ ਅੰਦਾਜ਼ਾ ਲਗਾ ਰਹੇ ਹੋ ਤੇ ਸਾਡਾ ਸਹੀ ਉੱਤਰ ਹੈ ਵਿਕਲਪ ਐੜਾ ਜਿੱਤਾਂ। ਬੱਚਿਓ, ਅਗਲੇ ਪ੍ਰਸ਼ਨ ਵਿੱਚ ਤੁਸੀਂ ਦਿੱਤੇ ਗਏ ਵਾਕ ਵਿੱਚੋਂ ਸਮਾਸੀ ਸ਼ਬਦ ਚੁਣਨਾ ਹੈ ਤੇ ਸਾਡਾ ਵਾਕ ਹੈ, ਕੱਛੂ ਕੁੰਮਾ ਆਪਣੀ ਚਾਲੇ ਹੌਲੀ ਹੌਲੀ ਅੱਗੇ ਵਧਣ ਲੱਗਾ। ਤੇ ਸਾਡੇ ਵਿਕਲਪ ਹਨ ਊੜਾ ਕੱਛੂ ਕੁੰਮਾ, ਐੜਾ ਆਪਣੀ, ਈੜੀ ਹੌਲੀ ਹੌਲੀ, ਸੱਸਾ ਅੱਗੇ। ਤੇ ਸਾਡਾ ਸਹੀ ਉੱਤਰ ਹੈ ਵਿਕਲਪ ਹਾਂਜੀ ਹੌਲੀ ਹੌਲੀ। ਬੱਚਿਓ, ਘਰ ਦੇ ਕੰਮ ਵਿੱਚ ਤੁਸੀਂ ਆਪਣੇ ਤੋਂ ਵੱਡਿਆਂ ਦੀ ਮਦਦ ਨਾਲ ਕਿਸੇ ਵੀ ਜੀਵ ਜੰਤੂ ਤੇ ਇੱਕ ਸੋਹਣੀ ਜਿਹੀ ਕਹਾਣੀ ਲਿਖਣੀ ਹੈ। ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਆਪਾਂ ਬਹੁ ਵਿਕਲਪਿਕ ਪ੍ਰਸ਼ਨ ਕਰਦੇ ਹਾਂ, ਜਿਨ੍ਹਾਂ ਨੂੰ MCQ ਵੀ ਕਹਿੰਦੇ ਹਨ। ਬੱਚਿਓ, ਬਹੁ ਵਿਕਲਪਿਕ ਪ੍ਰਸ਼ਨ ਵਿੱਚ ਇੱਕ ਪ੍ਰਸ਼ਨ ਦੇ 4 ਉੱਤਰ ਦਿੱਤੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਸਹੀ ਉੱਤਰ ਤੇ ਆਪਾਂ ਟਿਕ ਦਾ ਨਿਸ਼ਾਨ ਲਗਾ ਲੈਂਦੇ ਹਾਂ। ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ, 7000 ਜਮਾ 6 ਸੈਂਕੜੇ ਜਮਾ 3 ਇਕਾਈਆਂ ਬਰਾਬਰ ਡੈਸ਼। ਤਾਂ 4 ਉੱਤਰ ਦਿੱਤੇ ਹਨ, ਤਾਂ ਆਪਾਂ ਇਸ ਨੂੰ ਪਹਿਲਾਂ ਹੱਲ ਕਰਕੇ ਦੇਖ ਲੈਂਦੇ ਹਾਂ। 7000 ਲਈ ਆਪਾਂ 7000 ਸੰਖਿਆ ਦਾ ਮਾਨ ਕਾਰਡ ਲੈ ਲੈਂਦੇ ਹਾਂ। ਉਸ ਤੋਂ ਬਾਅਦ ਕਿੰਨੇ ਹਨ ਬੱਚਿਓ? ਜਮਾ 6 ਸੈਂਕੜੇ, ਤਾਂ ਉਸ ਲਈ ਆਪਾਂ 600 ਸੰਖਿਆ ਦਾ ਮਾਨ ਕਾਰਡ ਲੈ ਕੇ ਇਸ ਉੱਪਰ ਰੱਖ ਲੈਂਦੇ ਹਾਂ। ਉਸ ਤੋਂ ਬਾਅਦ ਹਨ ਜਮਾ 3 ਇਕਾਈਆਂ। 3 ਇਕਾਈਆਂ ਨਾਲ ਕਿਹੜੀ ਸੰਖਿਆ ਬਣਦੀ ਹੈ? ਜੀ ਹਾਂ, 3 ਸੰਖਿਆ ਬਣਦੀ ਹੈ, ਤਾਂ 3 ਦਾ ਮਾਨ ਕਾਰਡ ਇਸ ਦੇ ਉੱਪਰ ਰੱਖ ਲੈਂਦੇ ਹਾਂ। ਤਾਂ ਹੁਣ ਆਪਣੇ ਕੋਲੇ ਪਿਆਰੇ ਬੱਚਿਓ ਸੰਖਿਆ ਬਣ ਜਾਂਦੀ ਹੈ 7603। ਤਾਂ ਉੱਤਰ ਦੇਖਾਂਗੇ ਬੱਚਿਓ ਕਿਹੜਾ ਸਹੀ ਹੈ। ਜੀ ਹਾਂ, ਦੇਖੋ ਬੱਚਿਓ, ਆੜਾ ਉੱਤਰ ਸਹੀ ਹੈ। ਤਾਂ ਆੜੇ ਉੱਤਰ ਤੇ ਆਪਾਂ ਟਿਕ ਦਾ ਨਿਸ਼ਾਨ ਲਗਾ ਲੈਂਦੇ ਹਾਂ। ਅੱਗੇ ਚੱਲਦੇ ਹਾਂ, ਸਵਾਲ ਨੰਬਰ 2 ਕਰ ਲੈਂਦੇ ਹਾਂ। 2000 ਰੁਪਏ ਨੂੰ 5 ਮਿੱਤਰ ਆਪਸ ਵਿੱਚ ਵੰਡਦੇ ਹਨ, ਹਰੇਕ ਦੇ ਹਿੱਸੇ ਕਿੰਨੇ ਰੁਪਏ ਆਉਣਗੇ? ਤਾਂ ਪਿਆਰੇ ਬੱਚਿਓ, ਸਭ ਤੋਂ ਪਹਿਲਾਂ ਉਹ ਮਿੱਤਰ 2000 ਰੁਪਏ ਦੇ ਖੁੱਲੇ ਰੁਪਏ ਲੈ ਲੈਂਦੇ ਹੈ, 5-500 ਦੇ 4 ਨੋਟ। ਤੇ 5-500 ਦੇ 4 ਨੋਟ ਜਦੋਂ ਆਪਸ ਵਿੱਚ ਵੰਡਦੇ ਹਨ ਤਾਂ 4 ਮਿੱਤਰਾਂ ਨੂੰ ਆਉਂਦੇ ਹਨ ਅਤੇ ਇੱਕ ਮਿੱਤਰ ਨੂੰ ਕੁਝ ਵੀ ਨਹੀਂ ਮਿਲਦਾ। ਤਾਂ ਇਸ ਲਈ ਉਹ 2000 ਰੁਪਏ ਦੇ ਦੁਬਾਰਾ 2-200 ਦੇ 10 ਨੋਟ ਲੈ ਲੈਂਦੇ ਹਨ
ਤਾਂ ਹੁਣ ਸਭ ਤੋਂ ਪਹਿਲਾਂ 5 ਮਿੱਤਰਾਂ ਨੂੰ ਇੱਕ ਇੱਕ ਨੋਟ ਆ ਗਿਆ ਅਤੇ ਇੱਕ ਇੱਕ ਨੋਟ ਹੋਰ ਆ ਗਿਆ। ਤਾਂ 5 ਮਿੱਤਰਾਂ ਨੂੰ 2-2 ਨੋਟ 2-200 ਰੁਪਏ ਦੇ ਆ ਜਾਂਦੇ ਹਨ। ਇਸੇ ਸਵਾਲ ਨੂੰ ਪਿਆਰੇ ਬੱਚਿਓ ਆਪਾਂ 2000 ਨੂੰ ਜੇ 5 ਮਿੱਤਰਾਂ ਵਿੱਚ ਵੰਡਣਾ ਹੈ, 5 ਨਾਲ ਭਾਗ ਕਰਨੀ ਹੈ ਤਾਂ ਵੀ 400 ਉੱਤਰ ਆਉਂਦਾ ਹੈ। ਤਾਂ ਇਸ ਲਈ ਆਪਾਂ ਦੇਖਦੇ ਹਾਂ ਕਿਹੜਾ ਉੱਤਰ ਸਹੀ ਹੋਵੇਗਾ। ਸੱਸਾ ਉੱਤਰ ਸਹੀ ਹੋਵੇਗਾ ਤੇ ਸੱਸੇ ਤੇ ਆਪਾਂ ਟਿਕ ਦਾ ਨਿਸ਼ਾਨ ਲਗਾ ਲੈਂਦੇ ਹਾਂ। ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 3। ਜੇਕਰ ਇੱਕ ਪੈਨ ਦਾ ਮੁੱਲ 20 ਰੁਪਏ ਹੋਵੇ ਤਾਂ ਅਜਿਹੇ ਸਾਰੇ ਪੈਨ ਖਰੀਦਣ ਲਈ ਮਨਦੀਪ ਨੂੰ ਕਿੰਨੀ ਰਾਸ਼ੀ ਦੀ ਲੋੜ ਪਵੇਗੀ। ਤਾਂ ਪਹਿਲਾਂ ਬੱਚਿਓ ਆਪਾਂ ਇਹ ਪੈਨ ਦਿੱਤੇ ਹੋਏ ਨੇ, ਇਹਨਾਂ ਦੀ ਗਿਣਤੀ ਕਰਾਂਗੇ। 1 2 3 4 5 6 7 8 ਅਤੇ 9। ਤਾਂ 9 ਪੈਨ ਦਿੱਤੇ ਹੋਏ ਹਨ। ਇੱਕ ਪੈਨ ਦੀ ਕੀਮਤ ਦਿੱਤੀ ਹੈ ਬੱਚਿਓ 20 ਰੁਪਏ ਤੇ 9 ਪੈਨਾਂ ਦੀ ਕੀਮਤ 20 ਨੂੰ 9 ਵਾਰ ਜੋੜਨਾ ਹੈ, ਭਾਵ 9 ਨੂੰ 20 ਨਾਲ ਗੁਣਾ ਕਰਨੀ ਹੈ। ਤਾਂ ਆਪਾਂ ਇਸ ਨੂੰ ਗੁਣਾ ਕਰ ਲੈਂਦੇ ਹਾਂ। 20 ਗੁਣਾ 9 ਕਰਨ ਤੇ ਆਪਣੇ ਕੋਲ ਸੰਖਿਆ ਆ ਜਾਂਦੀ ਹੈ ਪਿਆਰੇ ਬੱਚਿਓ 180 ਰੁਪਏ। ਤਾਂ 180 ਰੁਪਏ ਬਣ ਜਾਂਦੇ ਹਨ 9 ਪੈਨ ਦੀ ਕੀਮਤ ਦੇ। ਤਾਂ ਦੇਖਦੇ ਹਾਂ ਕਿਹੜਾ ਉੱਤਰ ਸਹੀ ਹੋਵੇਗਾ ਇਹਨਾਂ ਵਿੱਚੋਂ। ਦੇਖੋ ਬੱਚਿਓ, ਬਿਲਕੁਲ ਸਹੀ ਉੱਤਰ ਈੜੀ ਉੱਤਰ ਸਹੀ ਹੋਵੇਗਾ ਤੇ ਈੜੀ ਤੇ ਆਪਾਂ ਟਿਕ ਦਾ ਨਿਸ਼ਾਨ ਲਗਾ ਲੈਂਦੇ ਹਾਂ। ਅੱਗੇ ਚੱਲਦੇ ਹਾਂ, ਪ੍ਰਸ਼ਨ ਨੰਬਰ 4 ਕਰ ਲੈਂਦੇ ਹਾਂ। 16 ਜੋੜ 16 ਇਸ ਤਰ੍ਹਾਂ 16 ਨੂੰ ਬਾਰ-ਬਾਰ ਜੋੜਿਆ ਗਿਆ ਹੈ, ਬਰਾਬਰ ਡੈਸ਼ ਗੁਣਾ 16 ਲਿਖਿਆ ਹੈ। ਤਾਂ ਡੈਸ਼ ਵਿੱਚ ਦੇਖਣਾ ਹੈ ਆਪਾਂ ਕਿਹੜਾ ਉੱਤਰ ਸਹੀ ਆਉਂਦਾ ਹੈ। 16 ਨੂੰ 7 ਵਾਰ ਜੋੜਿਆ ਗਿਆ ਹੈ। ਤਾਂ ਪਿਆਰੇ ਬੱਚਿਓ, ਵਾਰ-ਵਾਰ ਜੋੜਨ ਨੂੰ ਗੁਣਾ ਕਰਨਾ ਕਿਹਾ ਜਾਂਦਾ ਹੈ। ਤਾਂ ਇਸ ਲਈ 7 ਗੁਣਾ 16 ਲਿਖ ਸਕਦੇ ਹਾਂ। ਤਾਂ ਇਸ ਵਿੱਚ ਬੱਚਿਓ 7 ਅੰਕ ਹੈ, ਜੋ 7 ਸੰਖਿਆ ਉਹੀ ਉੱਪਰ ਲਿਖਣੀ ਹੈ। ਤਾਂ ਇਸ ਲਈ ਆਪਾਂ ਉੱਤਰ ਵਿੱਚੋਂ ਦੇਖਾਂਗੇ ਕਿਹੜਾ ਉੱਤਰ ਸਹੀ ਬਣਦਾ ਹੈ ਇਸ ਦਾ। ਹਾਂਜੀ ਬੱਚਿਓ, ਆੜਾ ਉੱਤਰ ਸਹੀ ਬਣਦਾ ਹੈ। ਆੜੇ ਤੇ ਆਪਾਂ ਟਿਕ ਦਾ ਨਿਸ਼ਾਨ ਲਗਾ ਲੈਂਦੇ ਹਾਂ। ਅੱਗੇ ਚੱਲਦੇ ਹਾਂ ਬੱਚਿਓ, ਪ੍ਰਸ਼ਨ ਨੰਬਰ 5। ਇੱਕ ਕਾਰ ਦੇ 4 ਪਹੀਏ ਹੁੰਦੇ ਹਨ ਅਤੇ ਬੱਚਿਓ ਇੱਕ ਆਟੋ ਦੇ 3 ਪਹੀਏ ਹੁੰਦੇ ਹਨ। 2 ਕਾਰਾਂ ਅਤੇ ਇੱਕ ਆਟੋ ਦੇ ਕਿੰਨੇ ਪਹੀਏ ਹੋਣਗੇ? ਤਾਂ ਬੱਚਿਓ, ਆਪਾਂ ਨੂੰ ਪਹਿਲਾਂ ਦੱਸਿਆ ਗਿਆ ਹੈ ਕਿ 2 ਕਾਰਾਂ ਹਨ। ਤਾਂ ਪਹਿਲੀ ਕਾਰ ਦੇ 4 ਪਹੀਏ ਹਨ, ਦੂਜੀ ਕਾਰ ਦੇ ਵੀ 4 ਪਹੀਏ ਹਨ ਅਤੇ ਆਟੋ ਦੇ ਬੱਚਿਓ 3 ਪਹੀਏ ਹਨ। ਤਾਂ ਪਹਿਲੀ ਕਾਰ ਦੇ 4 ਪਹੀਏ ਅਤੇ ਦੂਜੀ ਦੇ 4 ਪਹੀਏ ਅਤੇ ਆਟੋ ਦੇ 3 ਪਹੀਆਂ ਦਾ ਆਪਾਂ ਜੋੜ ਕਰ ਲੈਂਦੇ ਹਾਂ। ਇਹ ਜੋੜ ਕਰਨ ਉਪਰੰਤ 11 ਬਣ ਜਾਂਦੇ ਹਨ। ਤਾਂ ਬੱਚਿਓ, ਇਸੇ ਨੂੰ ਦੂਜੇ ਤਰੀਕੇ ਨਾਲ ਕਰਕੇ ਦੇਖ ਲੈਂਦੇ ਹਾਂ। 2 ਕਾਰਾਂ ਹਨ ਅਤੇ 4-4 ਪਹੀਏ ਹਰ ਇੱਕ ਦੇ ਹਨ। ਤਾਂ 2 ਗੁਣਾ 4 8 ਬਣ ਜਾਂਦਾ ਹੈ। 8 ਜੋੜ 3 ਆਟੋ ਦੇ ਪਹੀਏ ਹਨ। ਤਾਂ 8-3 ਇਹ ਵੀ 11 ਬਣ ਜਾਂਦਾ ਹੈ। ਇਸੇ ਪ੍ਰਕਾਰ ਪਿਆਰੇ ਬੱਚੇ ਆਪਣਾ ਉੱਤਰ 11 ਆਉਂਦਾ ਹੈ। ਤਾਂ ਦੇਖ ਲਵਾਂਗੇ ਕਿਹੜਾ ਉੱਤਰ ਸਹੀ ਹੈ ਬੱਚਿਓ। ਹਾਂਜੀ ਬੱਚਿਓ, ਊੜਾ ਉੱਤਰ ਸਹੀ ਹੈ। ਤਾਂ ਊੜੇ ਉੱਤਰ ਤੇ ਆਪਾਂ ਸਹੀ ਦਾ ਨਿਸ਼ਾਨ ਲਗਾ ਲੈਂਦੇ ਹਾਂ। ਇਹ ਸਾਰੇ ਸਵਾਲ ਤੁਸੀਂ ਕਾਪੀਆਂ ਤੇ ਸਾਫ਼-ਸਾਫ਼ ਨੋਟ ਕਰਨੇ ਹਨ, ਸਮਝ ਕੇ ਕਰਨੇ ਹਨ। 1 ਤੋਂ ਲੈ ਕੇ 5 ਤੱਕ ਸਾਰੇ ਸਵਾਲ। ਅਗਲੀ ਵੀਡੀਓ ਵਿੱਚ ਫਿਰ ਮਿਲਦੇ ਹਾਂ। ਉਦੋਂ ਤੱਕ ਬਾਏ ਬਾਏ ਬੱਚਿਓ। Hello my dear students. Today my topic is from chapter number 3, Child and Grandma. Today we are going to learn some words from the given picture. Here we start. Look at this picture. What can you see in this picture? There is a little boy and an old lady. Dear children, what is the title of the lesson? It is Child and Grandma. So we know she is grandmother of this little
child. Grandmother, G-R-A-N-D, gran, M-O-T-H-E-R, mother, grandmother. They both are smiling. They are smiling. And they are talking with each other. So next word is talking. T-A-L-K-I-N-G, talking. L is silent here, right? Now notice what is he wearing. He is wearing a blue t-shirt and red shorts in this picture. He is wearing a blue t-shirt and red shorts. S-H-O-R-T-S, shorts. Okay, he is also wearing white socks and blue shoes. So next words are white socks and shoes. Okay, moving further, his grandmother is wearing purple suit and yellow dupatta. P-U-R-P-L-E, purple. S-U-I-T, suit. Next word is again name of a color, yellow. Next word is dupatta, D-U-P-A-T-T-A, dupatta. She is also wearing spectacles. Notice she is wearing spectacles. S-P-E-C-T-A-C-L-E-S, spectacles. Dear children, have you noticed the beautiful bangles which she is wearing? So next word is bangles, B-A-N-G-L-E-S, bangles. Right, children? Dear children, now it's the time for homework. Write down all these words and name of colors in your notebooks. Keep learning. Thank you. स्वागत है बच्चों आपका हिंदी की कक्षा में। आशा करती हूँ बच्चों कि आपने पाठ 6 ईमानदार बालक पढ़ लिया होगा और समझ लिया होगा और गोपाल की तरह आपने भी सच्चाई और ईमानदारी पे चलने के फैसले का महत्व समझ लिया होगा। अब समय है पेज नंबर 21 पर दिए गए अभ्यास प्रश्न करने का। ध्यान रखना बच्चों, आप भी जल्दी जल्दी अपनी कॉपी पर लिखकर स्क्रीन पर चेक कर सकते हैं। क्या आप जानते हैं लिपि किसे कहते हैं? आसान भाषा में समझते हैं। किसी भी भाषा की लिखावट या लिखने का ढंग। ध्वनियों को लिखने के लिए जिन चिन्हों का प्रयोग किया जाता है वही लिपि कहलाती है। फिर से समझिए, ध्वनियों को लिखने के लिए जिन चिन्हों का प्रयोग किया जाता है वही लिपि कहलाती है। लिपि और भाषा दो अलग अलग चीजें होती हैं। भाषा वो चीज होती है जो बोली जाती है। लिखने को तो उसे किसी भी लिपि में लिख सकते हैं। जैसे हिंदी की लिपि है देवनागरी
और देवनागरी हिंदी के साथ साथ संस्कृत, गुजराती, मराठी और नेपाली की भी लिपि है। ऐसे ही अंग्रेजी की लिपि है रोमन, उर्दू की लिपि फारसी और पंजाबी की गुरुमुखी। आज का अभ्यास प्रश्न भी बच्चों आपका लिपि से जुड़ा है, जैसे कि आपको समझना है कि गुरुमुखी और देवनागरी लिपि में दिए गए शब्दों को पढ़कर हिंदी शब्दों में लिखने का अभ्यास करना है। आओ देखते हैं। अब समय है पेज नंबर 21 पर दिए गए अभ्यास प्रश्न करने का। ध्यान रखना बच्चों, आप भी जल्दी जल्दी अपनी कॉपी पर लिखकर स्क्रीन पर चेक कर सकते हैं। हल, हल, गुरु, गुरु, सच्चा, सच्चा, कृष्णपुर, कृष्णपुर, मित्र, मित्र, दंड, दंड। आओ प्यारे बच्चों, एक बार सभी शब्दों को फिर से दोहराते हैं। हल, हिंदी में हल। आप भी करते हैं ना बहुत सारे सवाल हल, इसी तरह से हल, हल। दूसरा देखते हैं गुरु, हिंदी में गुरु। लिखिए साथ साथ, लिखते हुए ध्यान देना बच्चों, र की मात्रा के ऊपर जो आपने ऊ की मात्रा लगाई है वो किस तरह से लगाई है, देखिए, छोटा ऊ। हाँ बिल्कुल, आपने मोड़ कर नहीं लगानी, इस मात्रा को ऐसे लगानी है। तीसरे देखते हैं बच्चों, सच्चा, सच्चा, हिंदी में सच्चा। बोलते हुए थोड़ा सा च पे जोर लग रहा है ना बच्चों, तो इसीलिए आधा च और पूरा च, सच्चा। चौथा देखते हैं बच्चों, कृष्णपुर, हिंदी में कृष्णपुर। गोपाल का कौन सा गांव था, कृष्णपुर। कृष्ण तो लिखना आता होगा आपको, और फिर क्या है, कृष्णपुर। पांचवा देखते हैं, मित्र, हिंदी में मित्र। आपके कौन कौन से मित्र हैं, नाम याद आ रहे हैं, मित्र, त्र, मित्र। अगला देखते हैं, दंड, हिंदी में द, दंड। बोलते हुए आवाज आई ना न की, नाक से, तो वो ड से पहले, मतलब द के ऊपर बिंदी लगेगी, दंड। बच्चों अब समय है गृह कार्य का, नोट कीजिए। गृह कार्य में बच्चों आपने गुरुमुखी और देवनागरी लिपि में करवाए गए शब्दों को फिर से सुंदर सुंदर अपनी कॉपी में लिखना है। सत्कारयोग अध्यापक साहिबान ਅਤੇ ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂ ਬੇਟਾ, ਪੰਜਾਬੀ ਦੀ ਲਿਖਾਈ ਦਾ ਪ੍ਰੋਜੈਕਟ ਜਿਹੜਾ ਆਪਣਾ ਚੱਲਦਾ ਪਿਆ ਆ, ਜਿਸ ਤਰ੍ਹਾਂ ਮਹਾਤਮਾ ਬੁੱਧ ਨੇ ਕਿਹਾ ਵੀ ਬੂੰਦ ਬੂੰਦ ਦੇ ਨਾਲ ਜੱਗ ਭਰ ਜਾਂਦਾ ਆ, ਇਸੇ ਤਰ੍ਹਾਂ ਬੇਟਾ ਇੱਕ ਇੱਕ ਅੱਖਰ ਕਰਦੇ ਹੋਏ ਆਪਾਂ ਜਿਹੜੇ ਹੈਗੇ ਆ 2 ਸੈੱਟ ਸਿੱਖ ਚੁੱਕੇ ਆ। ਪਹਿਲੇ ਸੈੱਟ ਦੇ ਵਿੱਚ 6 ਅੱਖਰ, ਦੂਜੇ ਸੈੱਟ ਦੇ ਵਿੱਚ 4 ਅੱਖਰ, ਤੇ ਅੱਜ ਬੱਚੇ ਆਪਾਂ ਤੀਜੇ ਸੈੱਟ ਦੇ ਉੱਤੇ ਪਹੁੰਚ ਗਏ। ਤੀਜੇ ਸੈੱਟ ਦੇ ਵਿੱਚ ਅਸੀਂ ਕਿਹੜੇ ਕਿਹੜੇ ਅੱਖਰ ਸਿੱਖਣੇ ਆ, ਅੱਖਰ ਨੰਨਾ, ਅੱਖਰ ਲੱਲਾ ਤੇ ਅੱਖਰ ਠੱਠਾ, है ना। हाँ, तो हुण बच्चे आपां अखर नन्ना की बनतर बोर्ड के उत्ते देखांगे, देखना ध्यान दे नाल किवें बनदी है। सब तो पहले स्टैप, ये तीजे सैट का पहला अखर आपां सीखण जा रहे हैं, अखर नन्ना। सब तो पहले स्टैप दे विच बेटा असीं उपरली रेखा जिहड़ी हैगी है, जिन्नी अखर की असीं चौड़ाई लैनी है, उस अंदाजे दे नाल असीं रेखा खिच लैनी है। उहदे तो बाद दे विच ਇਹਦੇ ਬੇਟਾ ਬਿਲਕੁਲ ਸੈਂਟਰ ਦੇ ਵਿੱਚ ਅਸੀਂ ਕੀ ਕਰਾਂਗੇ, 90 ਡਿਗਰੀ ਦੇ ਉੱਤੇ ਇੱਕ ਰੇਖਾ ਖਿੱਚਾਂਗੇ, ਜਿਹੜੀ ਅੱਧ ਨਾਲੋਂ ਥੋੜੀ ਜਿਹੀ ਛੋਟੀ ਰੱਖਾਂਗੇ। ਇਹ 25%, 30%, 35% ਵੀ ਹੋ ਸਕਦੀ ਹੈ ਟੋਟਲ ਜਿਹੜੀ ਰੇਖਾ ਦੀ ਚੌੜਾਈ ਆ ਉਹਦਾ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਇਸ ਬਿੰਦੂ ਤੋਂ
ਖੱਬੇ ਹੱਥ ਨੂੰ ਗੋਲਾਈ ਦਿੰਦੇ ਹੋਏ ਇੱਥੇ ਆ ਕੇ ਆਹ ਸਟੈਪ ਬਣਾ ਦਾਂਗੇ। ਉਹਦੇ ਤੋਂ ਬਾਅਦ ਦੇ ਵਿੱਚ ਇੱਥੋਂ ਪੈਨਸਲ ਚੁੱਕ ਲਾਂਗੇ, ਪੈਨਸਲ ਚੁੱਕ ਕੇ ਇੱਥੋਂ ਫੇਰ ਗੋਲਾਈ ਦਿੰਦੇ ਹੋਏ ਇੱਥੇ ਆ ਜਾਾਂਗੇ। ਤਾਂ ਇਹ ਬਣ ਗਿਆ ਬੇਟਾ ਅੱਖਰ ਨੰਨਾ। ਫੇਰ ਧਿਆਨ ਨਾਲ ਸੁਣ ਲਓ, ਨੰਨਾ ਅੱਖਰ ਦੇ ਬਣਤਰ ਚ ਆਪਾਂ ਕਿਹੜੇ ਕਿਹੜੇ ਸਟੈਪ ਫੋਲੋ ਕੀਤੇ। ਸਭ ਤੋਂ ਪਹਿਲਾਂ ਆਹ ਰੇਖਾ ਉੱਪਰ ਲੈ ਲਈ ਆਪਾਂ ਬੱਚੇ, ਉੱਪਰ ਰੇਖਾ ਲੈ ਕੇ ਦੂਜੇ ਸਟੈਪ ਤੇ 90 ਡਿਗਰੀ ਦੇ ਉੱਤੇ ਇਸ ਰੇਖਾ ਦੇ ਸੈਂਟਰ ਚੋਂ 90 ਡਿਗਰੀ ਤੇ ਰੇਖਾ ਜਿਹੜੀ ਅੱਧ ਨਾਲੋਂ ਛੋਟੀ ਰਹੂਗੀ ਥੋੜੀ ਜੀ, ਇਹ 25 30 35% ਤੱਕ ਹੋ ਸਕਦੀ, ਮਤਲਬ ਅੱਧ ਨਾਲੋਂ ਛੋਟੀ ਰੱਖਣੀ ਆ। ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਇਸ ਬਿੰਦੂ ਤੋਂ ਅਸੀਂ ਖੱਬੇ ਹੱਥ ਨੂੰ ਗੋਲਾਈ ਦਿੰਦੇ ਹੋਏ ਹੇਠਲੀ ਰੇਖਾ ਦੇ ਉੱਤੇ ਟੱਚ ਕਰਾਂਗੇ ਤੇ ਫਿਰ ਐਸੇ ਬਿੰਦੂ ਤੇ ਪੈਨਸਲ ਚੁੱਕ ਕੇ ਦੁਬਾਰਾ ਇਸ ਬਿੰਦੂ ਤੇ ਆ ਜਾਾਂਗੇ। ਇਸ ਬਿੰਦੂ ਤੇ ਆ ਕੇ ਇੱਥੋਂ ਫਿਰ ਅਸੀਂ ਸੱਜੇ ਹੱਥ ਨੂੰ ਗੋਲਾਈ ਦਿੰਦੇ ਹੋਏ ਇਸ ਬਿੰਦੂ ਦੇ ਉੱਤੇ ਆ ਕੇ ਅਸੀਂ ਇਹਨੂੰ ਰੋਕ ਦੇਵਾਂਗੇ। ਇਹ ਬਣ ਗਿਆ ਸਾਡੇ ਕੋਲੇ ਅੱਖਰ ਨੰਨਾ। ਇਹਦੇ ਵਿੱਚ ਬੇਟਾ ਸਿਰਫ ਅਭਿਆਸ ਦੀ ਵੀ ਲੋੜ ਹੈਗੀ ਆ। ਜਿਵੇਂ ਜਿਵੇਂ ਤੁਸੀਂ ਅਭਿਆਸ ਕਰੋਗੇ ਉਵੇਂ ਉਵੇਂ ਤੁਹਾਡੇ ਹੱਥ ਦੇ ਵਿੱਚ ਵੀ ਗੋਲਾਈ ਆਉਂਦੀ ਜਾਊਗੀ। ਔਰ ਅਭਿਆਸ ਬੱਚੇ ਤੁਸੀਂ ਪੈਨਸਲ ਦੇ ਨਾਲ ਹੀ ਕਰਨਾ ਆ, ਕਿਉਂਕਿ ਪੈਨਸਲ ਦੀ ਕਾਗਜ਼ ਦੇ ਉੱਤੇ ਪਕੜ ਆ ਜਿਹੜੀ ਉਹ ਜ਼ਿਆਦਾ ਹੁੰਦੀ ਹੈ। ਪੈਨਸਲ ਨਾਲ ਕਰ ਸਕਦੇ ਆ ਜਾਂ ਜੈਲ ਪੈਨ ਨਾਲ ਕਰ ਸਕਦੇ ਆ। ਬਾਲ ਪੁਆਇੰਟ ਪੈਨ ਵਰਤਣ ਤੋਂ ਹੱਲੇ ਤੁਸੀਂ ਪਰਹੇਜ਼ ਕਰੋ, ਕਿਉਂਕਿ ਬਾਲ ਪੁਆਇੰਟ ਪੈਨ ਦੇ ਜਿਹੜਾ ਫਲੋ ਕਾਫੀ ਜ਼ਿਆਦਾ ਹੁੰਦਾ ਤੇ ਅੱਖਰ ਦੀ ਪਕੜ ਆ ਜਿਹੜੀ ਉਹ ਨਹੀਂ ਬਣਦੀ। ਸੋ ਬੇਟਾ ਤੁਸੀਂ ਇਸ ਅੱਖਰ ਦਾ ਆਪਣੀ ਵਰਕਸ਼ੀਟ ਦੇ ਉੱਤੇ ਜਾਂ ਕਾਪੀਆਂ ਜੋ ਵੀ ਤੁਹਾਡੇ ਕੋਲ ਅਵੇਲੇਬਲ ਆ ਉਹਦੇ ਉੱਤੇ ਅਭਿਆਸ ਕਰ ਲੈਣਾ ਹੈ। ਕੱਲ ਆਪਾਂ ਫੇਰ ਨਵੇਂ ਅੱਖਰ ਦੇ ਨਾਲ ਤੁਹਾਨੂੰ ਮਿਲਾਂਗੇ। ਬਹੁਤ ਬਹੁਤ ਧੰਨਵਾਦ।